प्रभ जी तो कह लाज हमारी। नीलकंठ नर हर नारायण नील बसन बनवारी। परम पुरख परमेश्वर स्वामी पावन पौन आहारी। माधव महाज्योत मद मर्दन मान मुकुंद मुरारी। निर्विकार निर्जुर निंद्रा बिन निर्भिक नरक निवारी। कृपा सिंध काल त्रयदर्शी कुकृत पर नाशनकारी। धनुर्पान धृतमान तरा तर अन बेकार असतारी। हो मत मंद चरण शरणागत कर गहल हो उभारी। हम अवगुण परे एक गुण नाही। अमृत छाड़ बिख बिख खाई। माया मोह परम पे भूले। सुत दारा स्यों एक उत्तम पंथ सुन्यो गुर संगत। तेह मिलंत जम त्रास। एक अरदास पाठ कीरत की। गुर रामदास राखो सकहो टल गुर सेविय। अहनस सहज पाए। दर्शन परस गुरु का। जन्म मरण दुख जाए। होवै सिफत कसम्बंधी। दूर अरसो पुरसो चटिया। खुद डिठे सच्चे पातशाह। मल जन्म जन्म दी कटिया। सजन सच्चा पातशाह। सिर साहांदे साहो। जिस पास बैठा सोही है। सबना दावे साहो। सतनाम श्री वाहिगुरु साहिब जी। श्लोक महला पहला। दुख तारु सुख रोग पया। जा सुख ताम न होई। तू करता करना मैं नाही। जा हो करी ना होई। दुख दारु सुख रोग पया। जा सुख ताम ना होई। तू करता करना मैं नाही। जा हाओ करी ना होई। बलिहारी कुदरत वसया। तेरा अंत न जाई लखया। रहाओ जात मह जोत। जोत मह जाता। अकल कला भरपूर रहया। तू सच्चा साहिब सिफत सुआलियो। जिन कीते सो पार पाया। कहो नानक करते किया बाता।
ਜੋ ਕਿਛ ਕਰਨਾ ਸੋ ਕਰ ਰਹਿਆ। ਮਹੱਲਾ ਦੂਜਾ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਨ ਖੱਤਰੀ ਸ਼ਬਦੰ ਸੂਰ ਸ਼ਬਦੰ ਸੁਧਰ ਸ਼ਬਦੰ ਪ੍ਰਾਕ੍ਰਿਤ ਸ਼ਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਪਿਓ। ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਓ। ਮਹੱਲਾ ਦੂਜਾ। ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਤਾ ਆਤਮਾ ਆਤਮਾ ਵਾਸੁਦੇਵस्य ਜੇ ਕੋ ਜਾਣੈ ਪਿਓ। ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਓ। ਮਹੱਲਾ ਪਹਿਲਾ। ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ। ਪੌੜੀ ਪੜਿਆ ਹੋਵੇ ਗੁਨਹਗਾਰ ਤਾ ਓਮੀ ਸਾਧਨਾ ਮਾਰੀਐ। ਜੇਹਾ ਕਾਲੇ ਕਾਲਨ ਤੇਵੇ ਹੋ ਨਾਉ ਪਚਾਰੀਐ। ਐਸੀ ਕਲਾ ਨਾ ਖੇਡੀਐ ਜਿਤ ਦਰਗਹ ਗਿਆ ਹਾਰੀਐ। ਪੜਿਆ ਅਤੈ ਓਮਿਆ ਵਿਚਾਰ ਅੱਗੇ ਵਿਚਾਰੀਐ। ਮੋਹਿ ਚੱਲੈ ਸੋ ਅੱਗੇ ਮਾਰੀਐ। ਮੋਹਿ ਚੱਲੈ ਸੋ ਅੱਗੇ ਮਾਰੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ परम पवित्र पावन इतिहासक स्थान गुरुद्वारा श्री दुख निवारण साहिब जी के पवित्र पावन सचखंड दरबार अंदर हाजरियां भर के जगत गुरु श्री गुरु ग्रंथ साहिब जी महाराज जी के दर्शन परसरे। आसा जी दी वार दे शब्द कीर्तन रागी सिंघां दी रसना तो बहुत ही अदब सत्कार सहित आप जी ने सरवण किए हैं। सबसे ऊपर गुर शब्द विचार गुरबाणी दी विचार सर्व श्रोमणी है क्योंकि ये ब्रह्म विचार है। अज दा पावन शब्द आसा जी दी वार चों धन श्री गुरु नानक देव साहब जी महाराज जी का उच्चारण किया होया सानू प्राप्त होया।
ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਹਨ। ਵਿਚਾਰਨ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣਾ ਧਿਆਨ ਕੇਂਦਰਿਤ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਸ਼ਲੋਕ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਉਚਾਰਨ ਕਰ ਰਹੇ ਨੇ। ਦੁੱਖ ਦਾਰੂ ਹੈ, ਦਾਰੂ ਦਾ ਅਰਥ ਕਰਾਂਗੇ ਦਵਾਈ, ਔਸ਼ਧੀ। ਸੁਖ ਰੋਗ ਹੈ। ਤੇ ਜੇ ਸੁਖ ਹੋਵੇ ਤੇ ਪ੍ਰਮਾਤਮਾ ਨੂੰ ਮਿਲਣ ਦੀ ਇੱਛਾ ਨਹੀਂ। ਆਖਰੀ ਅਰਥ ਤਾਂ ਇਹ ਹੋ ਗਏ ਕਿ ਜਾਂ ਸੁਖ, ਜੇ ਸੁਖ ਹੈ ਤਾਮ ਨਾ, ਫਿਰ ਪ੍ਰਮਾਤਮਾ ਨੂੰ ਮਿਲਣ ਦੀ ਤਮਾ ਨਹੀਂ ਹੁੰਦੀ, ਇੱਛਾ ਨਹੀਂ ਹੁੰਦੀ ਜੇ ਸੁਖ ਹੋਵੇ। ਕੋਈ ਸਵਾਲ ਕਰੇ ਕਿ ਸੁਖ ਦੇ ਵਿੱਚ ਰਹਿ ਕੇ ਪ੍ਰਮਾਤਮਾ ਨਹੀਂ ਮਿਲਦਾ, ਉਹਦੇ ਮਿਲਣ ਦੀ ਇੱਛਾ ਨਹੀਂ ਹੁੰਦੀ, ਕਿ ਉਹਦੇ ਲਈ ਦੁਖੀ ਹੋਣਾ ਪਵੇਗਾ? ਇਸ ਪਾਵਨ ਪੰਕਤੀ ਦਾ ਜਿਹੜਾ ਸੰਦਰਭ ਹੈ ਨਾ, ਬੜਾ ਡੂੰਘਾ, ਜਿਹਨੂੰ ਆਪਾਂ ਸਿਧਾਂਤ ਕਹਿ ਸਕਦੇ ਹਾਂ। ਏਦਾਂ ਅਰਥ ਹੋਣਗੇ ਕਿ ਅਸੀਂ ਕੋਈ ਜਪ ਤਪ ਕਰਨਾ ਹੈ, ਬਾਣੀ ਪੜ੍ਹਨੀ ਹੈ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਪਾਨ ਕਰਨਾ, ਨੀਂਦ ਛੱਡ ਕੇ। ਉਸ ਵੇਲੇ ਥੋੜੀ ਬਹੁਤੀ ਤਕਲੀਫ ਤਾਂ ਕਰਨੀ ਪੈਂਦੀ ਹੈ ਨਾ। ਇਹ ਦੁੱਖ ਉਹਦੇ ਵਾਚਕ ਵਾਸਤੇ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਤਾਂ ਸਵੇਰੇ ਮੰਜਾ ਛੱਡਣ ਨੂੰ ਕਿਹਦਾ ਦਿਲ ਕਰਦਾ? ਤਕਲੀਫ ਤਾਂ ਕਰਨੀ ਪਈ ਨਾ। ਇਹ ਜਪ ਤਪ ਵਾਸਤੇ ਦੁੱਖ ਦੀ ਗੱਲ ਹੋ ਰਹੀ ਹੈ। ਪਰਮੇਸ਼ਰ ਦਾ ਭਜਨ ਕਰਨ ਵਾਸਤੇ ਇਸ ਦੁੱਖ ਨੂੰ ਆਪਾਂ ਕਹਾਂਗੇ ਮਸ਼ੱਕਤ, ਮਿਹਨਤ। ਕੋਈ ਬੰਦਾ ਮਿਹਨਤ ਕਰਦਾ, ਸਰੀਰ ਦੇ ਵਿੱਚੋਂ ਪਸੀਨੋ ਪਸੀਨੀ ਹੋਇਆ, ਉਹ ਮਿਹਨਤ ਉਹਦੀ ਜਿਹੜੀ ਹੈ, ਸ਼ਾਮ ਵੇਲੇ ਉਹਨੂੰ ਕੁਝ ਜਦੋਂ ਮਿਲਦਾ ਹੈ ਤਾਂ ਉਹਨੂੰ ਖੁਸ਼ੀ ਹੋ ਜਾਂਦੀ। ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਨੂੰ ਪ੍ਰਾਪਤ ਕਰਨ ਵਾਸਤੇ ਵੀ ਤਾਂ ਮਸ਼ੱਕਤ ਘਾਲੀ ਜਾਂਦੀ ਹੈ ਨਾ। ਹਾਂ, ਹੰਕਾਰ ਨਹੀਂ ਕਰਨਾ ਵੀ ਮੈਂ ਘਾਲਦਾ ਮਸ਼ੱਕਤ, ਪਰ ਤੁਰਨਾ ਤਾਂ ਹੈ ਨਾ। ਵੀ ਅੰਮ੍ਰਿਤ ਵੇਲੇ ਉੱਠਣਾ, ਮੀਂਹ ਆਵੇ, ਝੱਖੜ ਆਵੇ, ਸਰਦੀ ਹੋਵੇ, ਗਰਮੀ ਹੋਵੇ, ਨਿਤਨੇਮ ਨਹੀਂ ਛੱਡਣਾ। ਉਹਦੇ ਲਈ ਤਕਲੀਫ ਤਾਂ ਹੁੰਦੀ ਹੈ, ਕਈ ਵਾਰੀ ਨਹੀਂ ਵੀ ਮੰਨਦਾ ਹੁੰਦਾ ਸਰੀਰ, ਫਿਰ ਵੀ ਆਪਾਂ ਕਹਿੰਦੇ ਆ ਨਹੀਂ ਬਾਣੀ ਪੜ੍ਹਨੀ, ਗੁਰੂ ਘਰ ਜਾਣਾ। ਇਹ ਜਿਹੜਾ ਦੁੱਖ ਹੈ ਨਾ, ਉਸ ਵੇਲੇ ਜੇ ਮਨ ਨੂੰ, ਸਰੀਰ ਨੂੰ ਖੇਚਲ ਦੇਣ ਵਾਸਤੇ ਆਪਾਂ ਉਤਸ਼ਾਹਤ ਹੁੰਦੇ ਆ, ਇਹ ਦਵਾਈ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਵਾਈ ਕੌੜੀ ਹੋਵੇ ਤੇ ਫਿਰ ਉਹ ਅਸਰਦਾਰ ਵੀ ਹੁੰਦੀ ਹੈ ਨਾ। ਸੁਨ ਭੂਪਤ ਜਾਂ ਜਗਤ ਮੈਂ ਦੁਖੀ ਰਹਿਤ ਹਰ ਸੰਤ। ਰੱਬ ਦੇ ਪਿਆਰੇ ਮਹਾਂਪੁਰਸ਼ ਮਸ਼ੱਕਤਾਂ ਘਾਲਦੇ ਐ। ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਕਿੰਨੀ ਵੱਡੀ ਤਪੱਸਿਆ ਕੀਤੀ। ਭਾਈ ਗੁਰਦਾਸ ਜੀ ਲਿਖਦੇ, ਭਾਰੀ ਕਰੀ ਤਪੱਸਿਆ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਅੱਠੇ ਪਹਿਰਾਂ ਵਿੱਚ ਗੁਰੂ ਨਾਨਕ ਸਾਹਿਬ, ਰੋੜੀ ਸਾਹਿਬ ਕਹਿੰਦੇ ਇੱਕ ਕਿਣਕਾ ਮਾਤਰ ਛਕਦੇ ਆ ਰੇਤ ਦਾ,
ਤੇ ਰੋੜਾਂ ਦੀ ਸੇਜਾਂ ਦੇ ਉੱਤੇ ਲੇਟਦੇ ਐ। ਕਿੰਨੀ ਵੱਡੀ ਤਪੱਸਿਆ ਕੀਤੀ, ਸਾਧਨਾ ਕੀਤੀ। 72 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਆ ਕੇ ਗਾਗਰ ਢੋ ਰਹੇ ਨੇ। ਉਦੋਂ ਸਰੀਰਾਂ ਵਿੱਚ ਕੋਈ ਇੰਨਾ ਤਾਣ ਹੁੰਦਾ 72 ਸਾਲ ਦੀ ਉਮਰ 'ਚ? ਉਹ ਘਾਲਣਾ ਘਾਲਦੇ ਨੇ। ਇਹ ਤਾਂ ਨਹੀਂ ਹੋਣਾ ਵੀ ਉਹਨਾਂ ਦੇ ਸਰੀਰ ਨੂੰ ਖੇਚੜਾ ਨਹੀਂ ਹੁੰਦੀ ਹੋਣੀ। ਜਦੋਂ ਲਗਾਤਾਰ 12 ਸਾਲ ਗਾਗਰ ਢੋਂਦੇ ਦਿਨ ਰਾਤ ਇੱਕ ਕਰਕੇ, ਪਰ ਉਸ ਦੁੱਖ ਨੂੰ ਉਹਨਾਂ ਨੇ ਦੁੱਖ ਨਹੀਂ ਮੰਨਿਆ, ਕਿਉਂਕਿ ਜਾਣਦੇ ਨੇ ਕਿ ਇਹ ਦੁੱਖ ਨੇ ਦਾਰੂ ਬਣਨਾ, ਦਵਾਈ ਬਣਨਾ। ਇਹ ਜਿਹੜਾ ਸਰੀਰਕ ਕਸ਼ਟ ਹੈ, ਜਿਹੜੀ ਸਰੀਰਕ ਤਕਲੀਫ ਹੈ, ਬਾਣੀ ਪੜ੍ਹਦਿਆਂ ਨੀਂਦ ਆਉਣੀ, ਫਿਰ ਤਿਆਰ ਬਰ ਤਿਆਰ ਹੋ ਕੇ ਬਹਿਣਾ, ਹੱਠ ਕਰਕੇ ਸਰੀਰ ਨਾ ਮੰਨਦਾ ਹੋਵੇ ਫਿਰ ਵੀ ਸਾਧਨਾ ਵਿੱਚ ਜੁੜਨਾ, ਮਨ ਨਾ ਮੰਨਦਾ ਹੋਵੇ ਫਿਰ ਵੀ ਲੱਗਣਾ। ਤੁਹਾਡਾ ਮਨ ਮੰਨੇ ਚਾਹੇ ਨਾ ਮੰਨੇ, ਭਜਨ ਵਿੱਚ ਜੁੜ ਜਾਓ। ਚਾਹੇ ਮਨ ਕਹਿੰਦਾ ਹੋਵੇ ਵੀ ਚੱਲ ਆਰਾਮ ਕਰ ਲੈ, ਫਿਰ ਵੀ ਬਾਣੀ ਪੜਨ ਲੱਗ ਪਓ, ਭਜਨ ਕਰੋ। ਚਾਹੇ ਮਨ ਕਹਿੰਦਾ ਵੀ ਅੱਜ ਰਹਿਣ ਦਿੰਨੇ ਆ, ਅੱਜ ਥੋੜਾ ਜਿਹਾ ਆਰਾਮ ਕਰ ਲੈਨੇ ਆ, ਥੋੜਾ ਜਿਹਾ ਲੇਟ ਉੱਠ ਜਾਾਂਗੇ, ਪਰ ਫਿਰ ਵੀ ਮਾਂ ਜਿਹੜੇ ਗੁਰਸਿੱਖ ਨੇ ਉਹ ਕਹਿੰਦੇ ਨਾ ਭਾਈ ਉੱਠ, ਨਿਤਨੇਮ ਖੁੰਝ ਜਾਏਗਾ। ਹੁਣ ਇਹ ਹੱਠ ਤੱਪ ਹੈ ਨਾ, ਇਸ ਹੱਠ ਤੱਪ ਨੂੰ, ਇਹ ਉਹ ਦੁੱਖ ਨੇ ਜਿਹੜੇ ਸੰਸਾਰੀ ਦੁੱਖਾਂ ਦੀ ਗੱਲ ਹੋ ਰਹੀ। ਇਹ ਬੜਾ, ਜਿਵੇਂ ਦਵਾਈ ਸਾਨੂੰ ਪਤਾ ਵੀ ਹੈ ਵੀ ਇਹ ਕੁੜੱਤਣ ਭਰੀ ਹੈ, ਪਰ ਅਸੀਂ ਫਿਰ ਵੀ ਸ਼ੌਂਕ ਨਾਲ ਖਾ ਲੈਂਦੇ ਹਾਂ ਵੀ ਇਹਨੇ ਸਾਡਾ ਫਾਇਦਾ ਕਰਨਾ, ਇਹਨੇ ਸਾਡਾ ਲਾਭ ਕਰਨਾ। ਹੁਣ ਸਾਧਨਾ ਵੇਲੇ ਤਾਂ ਕਸ਼ਟ ਤਾਂ ਸਹਾਰਨਾ ਪੈਂਦਾ ਨਾ। ਸਾਡੇ ਮਹਾਂਪੁਰਸ਼ ਇੱਕ ਮਹਾਤਮਾ, ਉਹ ਕਹਿੰਦੇ ਰਾਤ ਨੂੰ ਉਹ ਮਾਹ ਦੀਆਂ ਸਰਦ ਰਾਤਾਂ ਦੇ ਵਿੱਚ ਕਣਕ ਨੂੰ ਪਾਣੀ ਲਾਣਾ ਸੌਖਾ ਹੈ, ਪਾਣੀ 'ਚ ਖਲੋ ਕੇ, ਠੰਡ ਹੁੰਦੀ ਹੈ, ਤੇ ਰਾਤ ਨੂੰ ਖਲੋ ਕੇ ਪਾਣੀ ਲਾਣਾ ਸੌਖਾ ਹੈ, ਪਰ 2 ਘੰਟੇ ਉੱਠ ਕੇ 12-2 ਵਜੇ ਬਾਣੀ ਪੜ੍ਹਨੀ ਬੜੀ ਕਸ਼ਟ ਘਾਲਣਾ ਹੈ, ਕਰੜੀ ਘਾਲਣਾ। ਹੁਣ ਇਹ ਜਿਹੜਾ ਕਸ਼ਟ ਹੈ ਨਾ, ਇਹ ਜਿਹੜਾ ਦੁੱਖ ਆਪਾਂ ਕਹਿ ਸਕਦੇ ਹਾਂ ਵੀ ਇਹ ਦਾਰੂ ਹੈ, ਦੁੱਖ ਦਾਰੂ। ਤੇ ਜਿਹੜੇ ਵਿਸ਼ਿਆਂ ਦਾ ਅਸੀਂ ਸੁੱਖ ਮੰਨੀ ਬੈਠੇ ਆ ਵੀ ਇਹ ਕਾਮ 'ਚ, ਲੋਭ 'ਚ, ਇਹਨਾਂ ਸੰਸਾਰ ਦੇ ਵਿਸ਼ਿਆਂ 'ਚ ਸੁੱਖ ਹੈ, ਮਹਾਰਾਜ ਜੀ ਕਹਿੰਦੇ ਇਹ ਵਿਸ਼ਿਆਂ ਦਾ ਸੁੱਖ ਜਿਹੜਾ ਇਹ ਰੋਗ ਪਿਆ, ਇਹ ਰੋਗ ਹੈ। ਤੇ ਜਦੋਂ ਤੱਕ ਇਹ ਵਿਸ਼ੇ ਸੁੱਖ ਨੇ ਜਾਂ ਸੁੱਖ, ਜਦੋਂ ਤੱਕ ਆ ਵਿਸ਼ੇ ਸੁੱਖ ਨੇ ਜਾਂ ਸੁੱਖ ਤਾਮ ਨਾ ਹੋਈ, ਉਦੋਂ ਤੱਕ ਰੱਬ ਨੂੰ ਮਿਲਣ ਦੀ ਇੱਛਾ ਪੈਦਾ ਨਹੀਂ ਹੁੰਦੀ, ਜਦੋਂ ਤੱਕ ਵਿਸ਼ੇ ਸੁੱਖ ਨੇ। ਇਹ ਪੰਕਤੀ ਦੇ ਅਰਥ ਆਪ ਜੀ ਰੋਜ਼ ਪੜ੍ਹਦੇ ਹੋ, ਉਹ ਰੋਜ਼ ਸੁਣਦੇ ਹੋ, ਪੜ੍ਹਦਾ ਸੁਣਦਾ ਮੈਂ ਵੀ ਹਾਂ, ਪਰ ਜਦੋਂ ਵਿਚਾਰਾਂਗੇ ਫਿਰ ਭੇਦ ਨਿਕਲਦੇ ਆ ਵਿੱਚੋਂ। ਇਹ ਪੰਕਤੀ ਕਹਿ ਕੀ ਰਹੀ ਹੈ? ਰਾਗੀ ਸਿੰਘ ਪੜ੍ਹ ਜਾਂਦੇ, ਹਰ ਜੁਗ ਜੁਗ ਭਗਤ ਪਾਇਆ ਕਰਨ ਤੋਂ ਬਾਅਦ ਅਸੀਂ ਸੁਣ ਲੈਨੇ। ਸਵੇਰੇ ਆਸਾ ਜੀ ਦੀ ਵਾਰ ਵਿੱਚ ਵੀ ਪੜ੍ਹਿਆ ਜਾਂਦਾ, ਆਪਾਂ ਸੁਣ ਲੈਨੇ, ਪਰ ਇਸ ਪੰਕਤੀ 'ਚ ਸਿਧਾਂਤ ਕਿੰਨਾ ਡੂੰਘਾ ਹੈ ਕਿ ਸਾਧਨਾ ਕਰਨੀ, ਭਜਨ ਕਰਨਾ, ਉਸ ਵੇਲੇ ਤਾਂ ਸਰੀਰ ਨੂੰ ਕਸ਼ਟ ਦੇਣਾ ਹੀ ਪੈਂਦਾ ਨਾ, ਇਸ ਤਨ ਨੂੰ ਕਸ਼ਟ ਦੇਣਾ ਹੀ ਪੈਂਦਾ। ਭਾਈ ਮੰਝ ਨੇ ਕੋਈ ਥੋੜਾ ਕਸ਼ਟ ਸਹਾਰਿਆ, ਸਾਰੀ ਰਾਤ ਸਿਰ ਦੇ ਉੱਤੇ ਲੱਕੜਾਂ ਦੀ ਪੰਡ ਚੁੱਕੀ ਹੋਈ ਤੇ ਖੂਹ ਦੇ ਵਿੱਚ ਖਲੋਤੇ ਰਹੇ। ਕੋਈ ਤਕਲੀਫ ਇਹ ਤਾਂ ਨਹੀਂ ਵੀ ਉਹਨਾਂ ਨੂੰ ਹੋਈ ਨਹੀਂ ਹੋਣੀ, ਸਰੀਰ ਖੇਚਲਾ ਤਾਂ ਹੋਈ ਨਾ। ਸਾਰੀ ਰਾਤ ਪਾਣੀ 'ਚ ਖਲੋਤੇ ਰਹਿਣਾ, ਉਹ ਵੀ ਸਰਦੀਆਂ ਦੇ ਦਿਨ, ਵੀ ਜੇ ਲੱਕੜਾਂ ਡਿੱਗ ਗਈਆਂ ਭਿੱਜ ਜਾਣੀਆਂ, ਗੁਰੂ ਕਾ ਲੰਗਰ ਨਹੀਂ ਪੱਕਣਾ। ਪਰ ਜਦੋਂ ਸਵੇਰੇ ਸਤਿਗੁਰੂ ਜੀ ਖੂਹ ਚੋਂ ਬਾਹਰ ਕੱਢਦੇ ਆ, ਭਾਈ ਮੰਝ ਨੂੰ ਘੁੱਟ ਕੇ ਗਲ ਵਕੜੀ 'ਚ ਲੈਂਦੇ ਆ ਨਾ, ਉਦੋਂ ਫਿਰ ਉਹੀ ਦੁੱਖ ਦਾਰੂ ਬਣ ਜਾਂਦਾ। ਸਾਰੀ ਰਾਤ ਦੀ ਕੀਤੀ ਹੋਈ ਉਹ ਤਪੱਸਿਆ ਜਦੋਂ ਗੁਰੂ ਅਰਜਨ ਸਾਹਿਬ ਦੀ ਗਲ ਵਕੜੀ ਵਿੱਚ ਆਉਂਦੀ ਹੈ ਨਾ,
ਆਹਾ, ਉਦੋਂ ਜਿਹੜਾ ਸੁੱਖ ਭਾਈ ਮੰਝ ਨੂੰ ਪ੍ਰਾਪਤ ਹੋਇਆ ਹੋਵੇਗਾ ਨਾ, ਉਹ ਬਿਆਨ ਚ ਨਹੀਂ ਆ ਸਕਦਾ, ਕਥਨ ਚ ਨਹੀਂ ਆ ਸਕਦਾ। ਉਹ ਵੱਡੀ ਤਪੱਸਿਆ। ਬੜਾ ਕੁਝ ਐਸਾ ਜਿਹੜਾ ਸਾਡਾ ਮਨ ਕਹਿੰਦਾ ਕਰੀਏ, ਹੋਰ ਲੋਕਾਂ ਨੂੰ ਕਰਦਿਆਂ ਵੇਖ ਕੇ ਕਹਿੰਦੇ ਆ ਵੀ ਆਹ ਵੀ ਕੰਮ ਸਾਨੂੰ ਵੀ ਕਰੀਏ, ਅਸੀਂ ਵੀ ਕਰੀਏ, ਪਰ ਫਿਰ ਸੋਚਦੇ ਆ ਵੀ ਰਹਿਤ ਮਰਿਆਦਾ ਨਹੀਂ ਕਹਿੰਦੀ ਕਰੀਏ। ਸਤਿਗੁਰੂ ਜੀ ਕਹਿੰਦੇ ਆ ਨਹੀਂ ਕਰਨਾ। ਅਸੀਂ ਅੱਠ ਤਪਨਾ ਆਪਣੇ ਆਪ ਨੂੰ ਰੋਕ ਲਿਆ, ਭਾਵੇਂ ਮਨ ਕਹਿੰਦਾ ਪਰ ਉਹ ਮਨ ਤਨ ਕਰਕੇ ਬਚ ਗਏ ਆ ਨਾ, ਤੇ ਸਮਝ ਲਓ ਤਾਂ ਵੀ ਬੜੀ ਵੱਡੀ ਬਹਾਦਰੀ ਹੈ। ਕਲੀ ਕਾਲ ਦੇ ਸਮੇਂ 'ਚ ਮਨ 'ਚ ਤਾਂ ਮਾੜੇ ਫੁਰਨੇ ਆ ਹੀ ਜਾਂਦੇ ਆ, ਤਨ ਕਰਕੇ ਵੀ ਸੁਚੇਤ ਰਹਿ ਜੇ ਨਾ ਬੰਦਾ, ਤੇ ਤਾਂ ਵੀ ਉਹ ਬੜੀ ਵੱਡੀ ਤਪੱਸਿਆ ਹੈ, ਬੜੀ ਵੱਡੀ ਕਾਲਣਾ। ਇਹ ਜਿਹੜੀ ਤਪੱਸਿਆ ਨਾ, ਇਹਨੂੰ ਇੱਥੇ ਕਹਿ ਸਕਦੇ ਆ ਦੁੱਖ, ਤੇ ਇਹ ਤਪੱਸਿਆ ਹੈ ਦਾਰੂ, ਦਵਾਈ। ਤੇ ਜਿਹੜੇ ਵਿਸ਼ਿਆਂ ਦੇ ਸੁੱਖਾਂ ਨੂੰ ਅਸੀਂ ਸੁੱਖ ਮੰਨੀ ਬੈਠੇ ਆ, ਪਾਤਸ਼ਾਹ ਕਹਿੰਦੇ ਉਹ ਨੇ ਰੋਗ। ਵਿਸ਼ੇ ਸੁੱਖ ਜਿਹੜੇ ਨੇ ਉਹ ਰੋਗ ਨੇ। ਔਰ ਇਹਨਾਂ ਸੁੱਖਾਂ ਦੇ ਹੁੰਦਿਆਂ ਰੱਬ ਨੂੰ ਮਿਲਣ ਦੀ ਤਮਾ ਨਹੀਂ ਹੁੰਦੀ, ਪਰਮੇਸ਼ਰ ਨੂੰ ਮਿਲਣ ਦੀ ਇੱਛਾ ਨਹੀਂ ਜਾਗਦੀ। ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਵਾਹਿਗੁਰੂ ਕਰਤਾ ਤਾਂ ਤੂੰ ਹੈ ਸਾਰੇ ਜਗਤ ਦਾ, ਮੈਂ ਤਾਂ ਧੱਕੇ ਨਾਲ ਹੀ, ਤੂੰ ਕੌਣ ਮੈਂ ਖਾਮ ਖਾ। ਕਹਾਵਤ ਹੈ ਨਾ, ਬੜਾ ਬੋਲੀ ਜਾਏ, ਇੱਕ ਬੜਾ ਕਹੀ ਜਾਵੇ, ਉਹਨੂੰ ਪੁੱਛਿਆ ਵੀ ਉਹ ਤੂੰ ਕੌਣ ਹੈ, ਉਹ ਕਹਿੰਦਾ ਮੈਂ ਤਾਂ ਉਦਾਂ ਲੱਗਿਆ ਜਾਂਦਾ। ਉਹ ਕਹਿੰਦਾ ਤੂੰ ਕੌਣ ਮੈਂ ਖਾਮ ਖਾ, ਮੈਂ ਉਂਝ ਹੀ ਖਾਮ ਖਾ ਬਣਿਆ ਫਿਰਦਾ। ਵਾਹਿਗੁਰੂ ਕਰਤਾ ਤਾਂ ਤੂੰ ਹੈ, ਮੈਂ ਸਮਝੀ ਬੈਠਾ ਮੈਂ ਕਰਦਾ, ਮੈਂ ਕੀਤਾ, ਮੈਂ ਨਾ ਕਰਾਂ ਤਾਂ ਕੌਣ ਕਰੇ। ਹੇ ਵਾਹਿਗੁਰੂ ਕਰਤਾ ਤੂੰ ਹੈ, ਮੈਂ ਕੁਝ ਨਹੀਂ ਕੀਤਾ, ਨਾ ਮੈਂ ਕਰ ਸਕਦਾ। ਤੂੰ ਕਰਤਾ ਕਰਨਾ ਮੈਂ ਨਾਹੀ, ਮੈਂ ਕੀ ਕਰ ਸਕਦਾ, ਮਿੱਟੀ ਦਾ ਪੁਤਲਾ। ਮਿੱਟੀ ਦਾ ਇਹ ਪੁਤਲਾ ਕੀ ਕਰ ਸਕਦਾ ਵਾਹਿਗੁਰੂ। ਤੇ ਫਿਰ ਪਾਤਸ਼ਾਹ ਕਹਿੰਦੇ ਜਾ ਹੋ ਕਰੀ ਨਾ ਹੋਈ। ਜੇ ਕਹਾ ਵੀ ਮੈਂ ਕਰਨਾ ਚਾਹਾਂ ਕੁਝ ਹੋ ਸਕਦਾ ਮੇਰੇ ਕੀਤਿਆਂ, ਤਾਂ ਮੇਰੇ ਕੀਤਿਆਂ ਕੁਝ ਨਹੀਂ ਹੋਣਾ। हे ਪ੍ਰਭੂ ਕਰਤਾ ਪੁਰਖ ਤੂੰ ਹੈ, ਕਰਨ ਵਾਲਾ ਵੀ ਤੂੰ ਹੈ। ਬਲਿਹਾਰੀ ਕੁਦਰਤ ਵਸਿਆ ਤੇਰਾ। ਹਾਂਜੀ, ਪਾਤਸ਼ਾਹ ਕਹਿੰਦੇ हे ਕੁਦਰਤ ਵਿੱਚ ਵਸੇ ਹੋਏ ਰੱਬ, ਮੈਂ ਤੇਰੇ ਤੋਂ ਬਲਿਹਾਰ ਜਾਂਦਾ। ਕੁਦਰਤ ਵਿੱਚ ਵਸੇ ਹੋਏ ਰੱਬ ਤੋਂ ਬਲਿਹਾਰ ਜਾਂਦੇ ਆ, ਕੁਦਰਤ ਤੋਂ ਨਹੀਂ। ਕੁਦਰਤ ਨੂੰ ਪੈਦਾ ਕਰਨ ਵਾਲਾ, ਕੁਦਰਤ ਨੂੰ ਚਲਾਉਣ ਵਾਲਾ ਜਿਹੜਾ ਰੱਬ ਹੈ, ਪਾਤਸ਼ਾਹ ਕਹਿੰਦੇ ਮੈਂ ਉਹਦੇ ਤੋਂ ਬਲਿਹਾਰ ਜਾਣਾ। ਕੁਦਰਤ ਵੇਖ ਕੇ ਕਾਦਰ ਚੇਤੇ ਨਾ ਆਏ, ਉਹ ਬੰਦਾ ਕਾਹਦਾ। ਕਾਦਰ ਦੀ ਕੁਦਰਤ ਵੇਖ ਕੇ ਤਾਂ ਕਾਦਰ ਚੇਤੇ ਆਉਂਦਾ, ਤੇ ਫਿਰ ਉਹਦੇ ਤੋਂ ਬਲਿਹਾਰ ਜਾਣ ਨੂੰ ਚਿੱਤ ਕਰਦਾ। ਭਾਈ ਵੀਰ ਸਿੰਘ ਕਹਿੰਦੇ ਕਿਸੇ ਆਖਿਆ ਕਸ਼ਮੀਰ ਵਿੱਚ ਬੜਾ ਸੁੰਦਰ ਝਰਨਾ, ਉਹਦਾ ਨਾਮ ਹੈ ਵੈਰੀ ਨਾਗ। ਵੇਖੋ ਚੱਲ ਕੇ। ਭਾਈ ਸਾਹਿਬ ਗਏ ਤੇ ਵੇਖ ਕੇ ਕਹਿੰਦੇ ਵੈਰੀ ਨਾਗ ਤੇਰਾ ਇੱਕ ਝਲਕਾ, ਜਦ ਅੱਖੀਆਂ ਵਿੱਚ ਵੱਜਦਾ, ਕਾਦਰ ਦੀ ਕੁਦਰਤ ਦਾ ਜਲਵਾ ਕਰ ਲੈਂਦਾ ਇੱਕ ਸਜਦਾ। ਹੇ ਵਾਹਿਗੁਰੂ, ਇਹ ਵੈਰੀ ਨਾਗ ਨੂੰ ਵੇਖ ਕੇ ਮੈਨੂੰ ਤੂੰ ਚੇਤੇ ਆਉਣਾ ਵੀ ਇਹ ਜਿਹਦਾ ਬਣਾਇਆ ਇਹ ਚਸ਼ਮਾ ਇਤਨਾ ਸੁੰਦਰ ਹੈ, ਉਹ ਆਪ ਕਿਤਨਾ ਸੋਹਣਾ। ਮੈਂ ਉਹਦੇ ਤੋਂ ਬਲਿਹਾਰ ਜਾਂਦਾ। ਜਿਹੜਾ ਇਸ ਕੁਦਰਤ ਵਿੱਚ ਵਸਦਾ, ਕੁਦਰਤ ਵਿੱਚ ਵਸਣ ਵਾਲੇ ਸਾਹਿਬ ਤੋਂ ਬਲਿਹਾਰ ਜਾਂਦਾ ਹਾਂ, ਵਾਰੇ ਵਾਰੇ ਜਾਂਦਾ ਹਾਂ। ਤੇਰਾ ਅੰਤ ਨਾ ਜਾਏ ਲਖਿਆ। ਪਰਮੇਸ਼ਰ ਦੀ ਇਸ ਕੁਦਰਤ ਵਿੱਚ ਕੈਸੀ ਖੇਡ ਹੈ। ਇਹ ਕੁਦਰਤ ਜਿਸ ਨੂੰ ਸ਼ਕਤੀ ਕਹਿ ਸਕਦੇ ਹਾਂ,
ਇਹ ਸ਼ਕਤੀ ਪ੍ਰਮਾਤਮਾ ਦੀ ਹੈ ਨਾ, ਪ੍ਰਮਾਤਮਾ ਤੇ ਕਰਕੇ ਹੀ ਇਹ ਸਾਰੀ ਕੁਦਰਤ ਚੱਲ ਰਹੀ ਹੈ। ਹਰ ਇੱਕ ਚੀਜ਼ ਬੜੇ ਸਿਸਟਮ ਨਾਲ ਚੱਲ ਰਹੀ ਹੈ। ਕੌਣ ਕਹਿੰਦਾ ਸੂਰਜ ਨੂੰ ਵੀ ਤੂੰ ਇਸ ਵੇਲੇ ਚੜ੍ਹਨਾ, ਇਸ ਵੇਲੇ ਛਿਪਣਾ, ਇੰਨੇ ਮਿੰਟਾਂ 'ਚ ਇੰਨੇ ਟਾਈਮ 'ਚ ਤੂੰ ਇੰਨਾ ਚੱਕਰ ਤੈਅ ਕਰਨਾ? ਚਲਾ ਰਹੀ ਨਾ, ਕੋਈ ਸਿਸਟਮ ਚੱਲ ਰਿਹਾ। ਚੰਦਰਮਾ ਨੂੰ ਕਿਹਾ ਤੂੰ ਆਪਣੀ ਡਾਇਰੈਕਸ਼ਨ 'ਚ ਚੱਲਣਾ, ਇਹਨੇ ਵੀ ਆਪਣੀ ਮਰਜ਼ੀ ਨਾਲ ਮੂੰਹ ਤਾਣਾ ਹੋ ਕੇ ਦੌੜਿਆ ਫਿਰੇ। ਤਾਰਿਆਂ ਨੂੰ ਕਿਹਾ ਤੁਸੀਂ ਆਪਣੀ ਥਾਂ ਤੇ, ਆਕਾਸ਼ ਨੂੰ ਕਿਹਾ, ਧਰਤੀ ਨੂੰ। ਇਹ ਸਾਰੀ ਕੁਦਰਤ ਨੂੰ ਚਲਾਉਣ ਵਾਲਾ ਜਿਹੜਾ ਪ੍ਰਮਾਤਮਾ ਹੈ, ਪਾਤਸ਼ਾਹ ਕਹਿੰਦੇ ਮੈਂ ਉਹਦੇ ਤੋਂ ਬਲਿਹਾਰ ਜਾਂਦਾ, ਉਹਦੇ ਤੋਂ ਵਾਰੇ ਜਾਂਦਾ। ਤੇਰਾ ਅੰਤ ਨਾ ਜਾਈ ਲਖਿਆ, हे ਪ੍ਰਭੂ ਤੇਰਾ ਅੰਤ ਜਾਣਿਆ ਨਹੀਂ ਜਾਂਦਾ, ਤੇਰਾ ਅੰਤ ਨਾ ਜਾਈ ਲਖਿਆ, ਲਖਿਆ ਹੀ ਨਹੀਂ ਜਾਂਦਾ, ਜਾਣਿਆ ਹੀ ਨਹੀਂ ਜਾਂਦਾ। ਤੇਰਾ ਅੰਤ ਤੂੰ ਬੇਅੰਤ ਹੈ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਇਹ ਜਿਤਨੀਆਂ ਜਾਤਾਂ ਨੇ, ਮਾਨਸ ਜਾਤ, ਜੀਵ ਜੰਤੂਆਂ ਦੀਆਂ ਜਾਤਾਂ, 84 ਲੱਖ ਜੋਨੀਆਂ ਦੀਆਂ ਜਾਤਾਂ, ਇਹਨਾਂ ਸਾਰੀਆਂ ਜਾਤਾਂ ਵਿੱਚ ਵਾਹਿਗੁਰੂ ਤੇਰੀ ਜੋਤ ਹੈ। ਔਰ ਤੇਰੇ ਹੀ ਪ੍ਰਕਾਸ਼ ਨੂੰ ਮੈਂ ਸਾਰੀਆਂ ਜਾਤਾਂ ਵਿੱਚ ਜਾਣਿਆ। ਜਾਤ ਜਿੰਨੀਆਂ ਜਾਤਾਂ ਨੇ, ਜਾਤ ਮਹਿ ਜੋਤ, ਜੋਤ ਮਹਿ ਜਾਤਾ। ਸਾਰੇ ਜੀਵਾਂ ਵਿੱਚ ਤੇਰੀ ਜੋਤ ਹੈ, ਔਰ ਸਾਰੇ ਜੀਵ ਤੇਰੀ ਜੋਤ ਵਿੱਚ ਹੀ ਨੇ, ਤੇਰੀ ਜੋਤ ਕਰਕੇ ਹੀ ਨੇ। ਜਦੋਂ ਤੂੰ ਆਪਣੀ ਜੋਤ ਖਿੱਚ ਲੈਣਾ, ਉਹ ਜੀਵ ਢਹਿ ਢੇਰੀ ਹੋ ਜਾਂਦਾ। ਇੱਥੇ ਦੋ ਸ਼ਬਦ ਪਾਤਸ਼ਾਹ ਵਰਤਦੇ ਨੇ, ਅਕਲ ਤੇ ਕਲਾ। ਅਕਲ ਕਲਾ ਦੋ ਸ਼ਬਦ ਨੇ। ਪਰਮਾਤਮਾ ਅਕਲ ਵੀ ਹੈ ਤੇ ਕਲਾਵਾਨ, ਕਲਾ ਤੋਂ ਰਹਿਤ ਵੀ ਹੈ ਤੇ ਕਲਾਵਾਨ ਵੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵੇਖੋ ਇਹਨਾਂ ਦੋ ਸ਼ਬਦਾਂ ਵਿੱਚ ਪ੍ਰਮਾਤਮਾ ਦਾ ਨਿਰਗੁਣ ਤੇ ਸਰਗੁਣ ਸਰੂਪ ਦੋਵੇਂ ਵਰਣਨ ਕਰ ਦਿੱਤੇ ਗੁਰੂ ਨਾਨਕ ਸਾਹਿਬ ਨੇ। ਜਦੋਂ ਨਿਰਾਕਾਰ ਵਿੱਚ ਹੈ, ਉਹਦਾ ਕੋਈ ਰੂਪ ਰੰਗ ਨਹੀਂ ਹੈ, ਉੱਥੇ ਅਕਲ ਹੈ, ਉਹ ਕੁਝ ਨਹੀਂ ਕਰਦਾ। ਜਦੋਂ ਉਹ ਸਰਗੁਣ ਰੂਪ ਧਾਰਦਾ ਹੈ, ਫਿਰ ਉਹ ਕਲਾਵਾਨ ਹੋ ਕੇ ਕਲਾ ਵੀ ਕਰਦਾ, ਵਿਖਾਉਂਦਾ, ਉਹਦੀ ਕਲਾ ਵੀ ਚੱਲਦੀ। ਨਿਰਾਕਾਰ ਸਰੂਪ ਵਿੱਚ ਜਦੋਂ ਕੋਈ ਰੂਪ ਰੰਗ ਚਿਹਨ ਵਰਨ ਜਾਤ ਪਾਤ ਕੁਝ ਹੈ ਹੀ ਨਹੀਂ ਉਹਦਾ, ਉੱਥੇ ਉਹ ਅਕਲ ਹੈ, ਉੱਥੇ ਕੁਝ ਨਹੀਂ ਕਰਦਾ, ਬਸ ਪ੍ਰਕਾਸ਼ ਰੂਪ ਹੈ। ਸੂਰਜ ਦਾ ਪ੍ਰਕਾਸ਼ ਸਾਰੇ ਪਾਸੇ ਪੈ ਰਿਹਾ ਨਾ, ਵਿਆਪਕ ਹੈ। ਜਿਹੜੇ ਸ਼ੀਸ਼ੇ ਨਾਲ ਆਪਾਂ, ਕੋਈ ਜ਼ਿਆਦਾ ਨੰਬਰ ਦਾ ਸ਼ੀਸ਼ਾ ਹੁੰਦਾ, ਉਹ ਰੱਖ ਦਿਓ, ਉਹਦੇ 'ਚ ਸੂਰਜ ਦੀ ਰੋਸ਼ਨੀ ਪੈਂਦੀ, ਜਦੋਂ ਉਹਦੇ 'ਚ ਪਈ ਰੋਸ਼ਨੀ ਜਦੋਂ ਕੱਪੜੇ ਤੱਕ ਜਾਂਦੀ ਹੈ ਤੇ ਕੱਪੜੇ ਨੂੰ ਸਾੜ ਦਿੰਦੀ ਹੈ। ਫਿਰ ਉਹ ਹੁੰਦਾ ਨਾ ਦੂਰਬੀਨ ਦਾ ਸ਼ੀਸ਼ਾ ਜਿਹਾ, ਉਹ ਜਦੋਂ ਸੂਰਜ ਦੇ ਸਾਹਮਣੇ ਰੱਖ ਕੇ ਕਾਗਜ਼ ਤੇ ਰੱਖੋ ਤੇ ਉਹਦੇ ਵਿੱਚੋਂ ਨਿਕਲਣ ਵਾਲੀ ਸੂਰਜ ਦੀ ਕਿਰਨ ਕਾਗਜ਼ ਨੂੰ ਸਾੜ ਦਿੰਦੀ ਹੈ, ਕੱਪੜੇ ਤੇ ਪਏ ਕੱਪੜੇ ਨੂੰ। ਉਦਾਂ ਕਿਉਂ ਨਹੀਂ ਸਾੜਦਾ ਸੂਰਜ? ਪਰ ਜਦੋਂ ਉੱਥੇ ਆਇਆ, ਉੱਥੇ ਉਹਨੇ ਵਿਸ਼ੇਸ਼ ਕੰਮ ਕੀਤਾ, ਉੱਥੇ ਉਹ ਸੂਰਜ ਸਾੜਨ ਵਾਲਾ ਹੋ ਗਿਆ। ਉਦਾਂ ਉਹ ਕਲਾ ਤੋਂ ਰਹਿਤ ਸੀ, ਜਦੋਂ ਉਹਦੇ ਵਿੱਚੋਂ ਆਇਆ, ਉੱਥੇ ਉਹਦੀ ਕਲਾ ਵਰਤ ਗਈ। ਜਦੋਂ ਨਿਰਾਕਾਰ ਸਰੂਪ ਵਿੱਚ ਬ੍ਰਹਮ ਹੈ, ਇਹ ਉਦਾਹਰਣ ਵਜੋਂ ਹੈ, ਉਦਾਂ ਤਾਂ ਸੂਰਜ ਵੀ ਵਿਆਪਕ ਨਹੀਂ ਹੈ। ਵਾਹਿਗੁਰੂ ਤਾਂ ਇਹਦੇ ਤੋਂ ਵੀ ਵੱਧ ਵਿਆਪਕ, ਸਰਬ ਥਾਈਂ ਵਿਆਪਕ ਹੈ ਨਾ। ਉਦਾਹਰਣ ਵਜੋਂ ਹੈ ਵੀ, ਕਿਉਂਕਿ ਸਥੂਲ ਚੀਜ਼ ਦੀ ਉਦਾਹਰਣ ਸਾਨੂੰ ਛੇਤੀ ਸਮਝ ਆ ਜਾਂਦੀ ਹੈ। ਸੂਰਜ ਵਾਂਗੂ ਉਹਦਾ ਪ੍ਰਕਾਸ਼ ਨਿਰਾਕਾਰ ਰੂਪ ਵਿੱਚ, ਉਹ ਅਕਲ ਕੁਝ ਨਹੀਂ ਕਰਦਾ। ਜਦੋਂ ਮਾਇਆ ਵਿਸ਼ਿਸ਼ਟ ਹੋ ਕੇ ਈਸ਼ਵਰ ਰੂਪ ਹੁੰਦਾ, ਉਹ ਸ਼ੀਸ਼ੇ ਦੇ ਵਿੱਚੋਂ ਮਾਇਆ ਰੂਪੀ ਸ਼ੀਸ਼ੇ 'ਚੋਂ ਲੰਘਦਾ, ਉਦੋਂ ਫਿਰ ਉਹ ਸਾਰੇ ਸੰਸਾਰ ਦੀ ਰਚਨਾ ਕਰਦਾ, ਬਣਾਉਂਦਾ, ਢਾਉਂਦਾ, ਪਾਲਦਾ। ਇਹ ਤਿੰਨ ਪ੍ਰਕਿਰਿਆਵਾਂ ਹੋਣ ਲੱਗ ਪੈਂਦੀਆਂ। ਗੁਰੂ ਸਾਹਿਬ ਉਹਨੂੰ ਵੀ ਵੇਖ ਰਹੇ ਨੇ
ਜਿਹੜਾ ਆਕਾਸ਼ ਵਿੱਚ ਚਮਕਦਾ ਉਹਨੂੰ ਵੀ ਵੇਖ ਰਹੇ ਨੇ ਜਿਹੜਾ ਸ਼ੀਸ਼ੇ 'ਚੋਂ ਨਿਕਲ ਕੇ ਜਾ ਰਿਹਾ। ਜਦੋਂ ਸ਼ੀਸ਼ੇ 'ਚੋਂ ਨਿਕਲ ਕੇ ਜਾ ਰਿਹਾ ਈਸ਼ਵਰ ਰੂਪ ਹੋ ਕੇ ਸ੍ਰਿਸ਼ਟੀ ਦੀ ਰਚਨਾ ਕਰ ਰਿਹਾ ਤਾਂ ਉਹਨੂੰ ਕਹਿੰਦੇ ਨੇ ਕਲਾ। ਤੇ ਜਦੋਂ ਕੁਝ ਨਹੀਂ ਕਰ ਰਿਹਾ ਵਿਆਪਕ ਹੈ ਬਸ ਸੂਰਜ ਵਾਂਗੂ ਉਹਦਾ ਨਿਰਾਕਾਰ ਸਰੂਪ ਵੇਖਦੇ ਆ ਫਿਰ ਉਹਨੂੰ ਕਹਿੰਦੇ ਅਕਲ। ਅਕਲ ਕਲਾ ਤੋਂ ਰਹਿਤ ਭਰਪੂਰ ਰਿਹਾ, ਸਾਰਿਆਂ ਵਿੱਚ ਭਰਪੂਰ ਹੈ, ਜ਼ਰਰੇ ਜ਼ਰਰੇ ਵਿੱਚ, ਕਣ ਕਣ ਦੇ ਵਿੱਚ, ਰੋਮ ਰੋਮ ਵਿੱਚ ਉਹ ਵਿਆਪਕ ਹੈ, ਸਰਬ ਥਾਈਂ ਭਰਪੂਰ ਹੈ। ਉਹ ਸੱਚਾ ਸਾਹਿਬ ਸਿਫਤ ਸੁਆਲਿਓ ਜਿਨ ਕੀਤੀ ਸੋ ਪਾਰ ਪਿਆ। ਉਹ ਸੱਚਾ ਸਾਹਿਬ ਸਿਫਤ ਸੁਆਲਿਓ। हे ਵਾਹਿਗੁਰੂ ਤੂੰ ਸੱਚਾ ਸਾਹਿਬ ਹੈ ਔਰ ਤੇਰੀ ਜਿਹੜੀ ਸਿਫਤ ਹੈ ਸੁਆਲਿਓ। ਸੁਆਲਿਓ ਦਾ ਮਤਲਬ ਹੁੰਦਾ ਸੁੰਦਰ ਹੈ, ਤੇਰੀ ਸੋਭਾ ਬੜੀ ਸੁੰਦਰ ਹੈ, ਤੇਰੀ ਸੋਭਾ ਬੜੀ ਪਿਆਰੀ ਹੈ, ਸੁੰਦਰ ਹੈ। ਸੁਆਲਿਓ ਜਦੋਂ ਸੁਆਲਿਓ ਕਿਹਾ ਨਾ ਵੀ ਤੂੰ ਸੁੰਦਰ ਹੈ, ਤੇਰੀਆਂ ਸਿਫਤਾਂ ਬੜੀਆਂ ਸੋਹਣੀਆਂ। ਵਾਹਿਗੁਰੂ ਕਿਹੜੀਆਂ ਕਿਹੜੀਆਂ ਸਿਫਤਾਂ ਕਰੀਏ ਤੇਰੀਆਂ, ਤੇਰੀਆਂ ਸਿਫਤਾਂ ਸੋਹਣੀਆਂ ਨੇ, ਸੁੰਦਰ ਨੇ। ਤੇ ਫਿਰ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਤੇਰੀ ਸਿਫਤ ਕੀਤੀ ਹੈ, ਜਿਨ ਕੀਤੀ, ਜਿਨ੍ਹਾਂ ਜਿਨ੍ਹਾਂ ਵੀ ਤੇਰੀ ਸਿਫਤ ਕੀਤੀ ਹੈ ਸੋ ਪਾਰ ਪਿਆ। ਉਹ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਕਿਸੇ ਨੇ ਆਖਿਆ ਨਾ ਵਾਹਿਗੁਰੂ, ਹੇ ਵਾਹਿਗੁਰੂ ਤੂੰ ਬੜਾ ਸੋਹਣਾ, ਵਾਹ ਤੂੰ ਬੜਾ ਸੋਹਣਾ, ਤੂੰ ਸੁੰਦਰ ਹੈ, ਤੇਰੀ ਸੋਭਾ ਸੁੰਦਰ ਹੈ। ਜਿਨ੍ਹਾਂ ਜਿਨ੍ਹਾਂ ਤੇਰੀ ਇਹ ਸੋਹਣੀ ਸੋਭਾ ਕੀਤੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਇਹ ਸੰਸਾਰ ਤੋਂ, ਇਸ ਭਵ ਸਾਗਰ ਤੋਂ ਪਾਰ ਉਤਰ ਗਿਆ। ਸਤਿ ਸ਼੍ਰੀ ਅਕਾਲ। ਜਿਨ੍ਹਾਂ ਜਿਨ੍ਹਾਂ ਨੇ ਤੇਰੀਆਂ ਸਿਫਤਾਂ ਕੀਤੀਆਂ ਦਾਤਿਆ ਉਹ ਇਸ ਭਵ ਸਾਗਰ ਤੋਂ ਪਾਰ ਉਤਰਿਆ। ਜਿਨ੍ਹਾਂ ਮਨ ਕਰਕੇ ਇੱਕੋ ਵੇਰੀ ਕਹਿ ਦਿੱਤਾ ਨਾ, ਬਸ ਇੱਕ ਵੇਰੀ ਆਖਿਆ ਭਾਵੇਂ ਹੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੁਸੀਂ ਅਤੀ ਸੁੰਦਰ ਹੋ, ਔਰ ਇਹ ਕਹਿ ਕੇ ਇਹਦੇ ਵਿੱਚ ਸਮਾ ਗਿਆ, ਇਹਦੇ ਵਿੱਚ ਸੁਰਤ ਉਹਦੀ ਸਮਾ ਗਈ ਹੈ। ਬਸ ਇਤਨੇ ਮਾਤਰ ਨਾਲ ਹੀ ਉਸ ਜੀਵ ਦਾ ਪਾਰ ਉਤਾਰਾ ਹੋ ਗਿਆ। ਜਿਨ ਕੀਤੀ ਸੋ ਪਾਰ ਪਿਆ। ਵਾਹਿਗੁਰੂ ਦੀਆਂ ਵਡਿਆਈਆਂ ਆਪਾਂ ਤਾਂ ਹੀ ਸੰਗਤ 'ਚ ਜੁੜਦੇ ਹਾਂ ਨਾ, ਕਥਾ ਦੁਆਰਾ, ਕੀਰਤਨ ਦੁਆਰਾ ਪਰਮੇਸ਼ਰ ਦੀ ਸਿਫਤ ਹੀ ਹੋ ਰਹੀ ਹੈ ਨਾ। ਇਹ ਅਕਾਲ ਪੁਰਖ ਦੀਆਂ ਸਿਫਤਾਂ ਨੇ ਗੁਰਬਾਣੀ। ਕੀਰਤਨ ਰੂਪ 'ਚ ਹੋਵੇ ਤਾਂ ਵੀ ਪਰਮੇਸ਼ਰ ਦੀ ਸਿਫਤ ਹੈ, ਕਥਾ ਰੂਪ 'ਚ ਹੋਵੇ ਤਾਂ ਵੀ, ਜੇ ਬਾਣੀ ਪੜ੍ਹਨ ਰੂਪ 'ਚ ਹੋਵੇ, ਸੁਣਨ ਰੂਪ ਵਿੱਚ ਹੋਵੇ ਤਾਂ ਵੀ ਪਰਮੇਸ਼ਰ ਦੀ ਸਿਫਤ ਹੈ। ਇਹ ਸਿਫਤ ਜਿਨ੍ਹਾਂ ਜਿਨ੍ਹਾਂ ਨੇ ਕੀਤੀ ਹੈ, ਪਾਤਸ਼ਾਹ ਕਹਿੰਦੇ ਉਹ ਇਸ ਭਵ ਸਾਗਰ ਤੋਂ, ਸੰਸਾਰ ਤੋਂ ਪਾਰ ਉਤਰ ਗਏ ਹਨ। ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਿਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਰਤੇ ਦੀਆਂ ਬਾਤਾਂ ਨੇ, ਕਰਤੇ ਦੀਆਂ। ਇਹ ਸਾਰੀਆਂ ਵਡਿਆਈਆਂ ਕਰਤੇ ਦੀਆਂ ਨੇ। ਉਹ ਜੋ ਨੇ ਕਰਨਾ ਉਹ ਕਰ ਰਿਹਾ, ਉਹ ਕਿਸੇ ਕੋਲੋਂ ਪੁੱਛਦਾ ਨਹੀਂ ਹੈ ਵੀ ਹਾਂ ਬਈ ਦੱਸ ਕਰਾਂ। ਜੋ ਨੇ ਕਰਨਾ ਉਹ ਕਰ ਰਿਹਾ, ਉਹ ਹੋ ਕੇ ਹੀ ਰਹਿਣਾ। ਹਾਂਜੀ। ਮਹੱਲਾ ਦੂਜਾ। ਹੁਣ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਪਾਵਨ ਸ਼ਲੋਕ ਉਚਾਰਦੇ ਹਨ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ। ਇਹ ਧਰਮ ਬਣਾਏ ਹੋਏ ਸੀ ਲੋਕਾਂ ਦੇ। ਜੋਗੀਆਂ ਦਾ ਧਰਮ ਹੈ ਗਿਆਨ ਦੀ ਵਿਚਾਰ ਕਰਨੀ। ਜੋਗ ਮਤ ਦਾ ਧਰਮ ਹੈ, ਉਹ ਕਹਿੰਦੇ ਗਿਆਨ ਨੂੰ ਵਿਚਾਰਨਾ ਹੈ। ਗਿਆਨ ਕੀ ਹੈ? ਯੋਗ ਮਤ ਅਨੁਸਾਰ ਕਿ ਸਾਰੀ ਪ੍ਰਕਿਰਤੀ ਇਹਦੇ ਤੋਂ ਨਿਆਰਾ ਮੈਂ ਪੁਰਖ, ਇਹਦਾ ਦ੍ਰਿਸ਼ਟਾ, ਇਹਨੂੰ ਵੇਖਣ ਵਾਲਾ, ਔਰ ਉਹਦੇ ਤੋਂ ਆਪਣੀ ਸੁਰਤ ਨੂੰ ਉਪਰਾਮ ਕਰਕੇ ਆਪਣੇ ਨਿਜ 'ਚ ਆਪਣਾ ਧਿਆਨ ਜੋੜਨਾ, ਇਹ ਗਿਆਨ ਯੋਗ ਮਤ ਦਾ ਹੈ।
ਜੋਗ ਸ਼ਬਦੰ ਗਿਆਨ ਸ਼ਬਦੰ। ਜੋਗੀਆਂ ਦਾ ਇਹ ਧਰਮ ਹੈ ਕਿ ਗਿਆਨ ਨੂੰ ਵਿਚਾਰਨਾ। ਤੇ ਫਿਰ ਵੇਦ ਸ਼ਬਦੰ ਬ੍ਰਾਹਮਣ, ਜਿਹੜੇ ਬ੍ਰਾਹਮਣ ਨੇ ਉਹਨਾਂ ਦਾ ਧਰਮ ਹੈ ਵੇਦਾਂ ਨੂੰ ਪੜ੍ਹਨਾ ਤੇ ਪੜ੍ਹਾਉਣਾ। ਬ੍ਰਾਹਮਣ ਦਾ ਇਹ ਧਰਮ ਹੈ। ਇਹ ਵੰਡ ਬਣਾਈ ਸੀ ਸਮਾਜ ਦੀ ਪਹਿਲੋਂ। ਬ੍ਰਾਹਮਣ ਦਾ ਧਰਮ ਇਹ ਦੱਸਿਆ ਜਾਂਦਾ ਹੈ ਕਿ ਉਹ ਵੇਦ ਪੜ੍ਹੇ ਤੇ ਪੜ੍ਹਾਵੇ। ਬ੍ਰਾਹਮਣ ਦਾ ਇਹ ਕਰਮ ਨਹੀਂ ਹੈ ਕਿ ਲੋਕਾਂ ਦੇ ਘਰਾਂ ਮੂਹਰੇ ਜਾ ਕੇ ਭਿੱਖਿਆ ਮੰਗਦਾ ਫਿਰੇ, ਆਪਣੇ ਅਸਲੀ ਕੰਮ ਤੋਂ ਖੁੰਝ ਕੇ ਹੋਰ ਪਾਸੇ ਭਟਕਦਾ ਫਿਰੇ, ਲੋਕਾਂ ਨੂੰ ਕਰਮ ਕਾਂਡਾਂ ਵਿੱਚ ਪਾਈ ਜਾਵੇ। ਉਹਦਾ ਕੰਮ ਹੈ ਆਪ ਪੜ੍ਹਨਾ ਤੇ ਪੜ੍ਹਾਉਣਾ। ਹਾਂਜੀ। ਖੱਤਰੀ ਸ਼ਬਦੰ ਅਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ। ਖੱਤਰੀ ਦਾ ਧਰਮ ਸੀ ਸੂਰਮਤਾਈ ਦੇ ਨਾਲ ਆਪਣੇ ਕੁਸ਼ੇਤਰ ਦੀ, ਆਪਣੀ ਭੂਮੀ ਦੀ, ਆਪਣੇ ਦੇਸ਼ ਦੀ ਰੱਖਿਆ ਕਰਨੀ। ਵੈਸ਼ ਦਾ ਧਰਮ ਸੀ ਖੇਤੀ ਕਰਨੀ, ਤੇ ਸ਼ੂਦਰ ਦਾ ਧਰਮ ਬਣਾਇਆ ਹੋਇਆ ਸੀ ਕਿ ਤੁਸੀਂ ਨੌਕਰੀ ਚਾਕਰੀ ਕਰਨੀ, ਪਰ ਕਿਰਤ ਕਰਨੀ। ਇਹ ਵਰਨ ਵੰਡ ਕੀਤੀ ਹੋਈ ਸੀ ਸਮਾਜ ਦੀ। ਹਾਂਜੀ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ। ਜਦੋਂ ਉੱਪਰਲੇ ਧਰਮਾਂ ਦੀ ਗੱਲ ਕਰੀਏ ਜਿਹੜੇ ਉੱਪਰ ਦੱਸੇ ਨੇ, ਉੱਥੇ ਵਿਵਾਦ ਪੈਦਾ ਹੁੰਦੇ ਨੇ ਵੀ ਜੇ ਬ੍ਰਾਹਮਣ ਸ਼ੂਦਰ ਵਾਲਾ ਕੰਮ ਕਰਨ ਲੱਗ ਪਏ ਤਾਂ ਮਾੜਾ, ਜੇ ਸ਼ੂਦਰ ਬ੍ਰਾਹਮਣ ਵਾਲਾ ਕੰਮ ਕਰਨ ਲੱਗ ਪਏ ਤੇ ਕਹਿੰਦੇ ਤਾਂ। ਉੱਥੇ ਲੜਾਈਆਂ ਸੀ, ਲੋਕਾਂ 'ਚ ਝਗੜੇ ਸੀ, ਵਿਵਾਦ ਸੀ। ਇਹ ਬ੍ਰਾਹਮਣ ਹੈ, ਇਹਨੇ ਇਹ ਨਹੀਂ ਕਰਨਾ, ਇਹ ਸ਼ੂਦਰ ਹੈ, ਇਹਨੇ ਆਹ ਨਹੀਂ ਕਰਨਾ, ਇਹ ਵੈਸ਼ ਹੈ, ਆਹ ਨਹੀਂ ਕਰ ਸਕਦਾ, ਇਹ ਖੱਤਰੀ ਹੈ, ਇਹਨੇ ਆਹ ਨਹੀਂ ਕਰਨਾ। ਏਦਾਂ ਵੰਡੇ ਹੋਏ ਲੋਕ ਤੇ ਆਪਸ ਵਿੱਚ ਲੜਾਈਆਂ ਝਗੜੇ ਕਰਨੇ, ਤੇ ਫਿਰ ਇਹ ਅਸੀਂ ਉੱਤਮ ਆ, ਇਹ ਮਾੜੇ ਨੇ, ਇਹ ਨੀਚ। ਪਾਤਸ਼ਾਹ ਕਹਿੰਦੇ ਮੈਂ ਇਹਨਾਂ ਸਾਰੇ ਝਗੜਿਆਂ ਨੂੰ ਨਿਬੇੜ ਕੇ ਸੰਸਾਰ ਦੇ ਹਰ ਇੱਕ ਪ੍ਰਾਣੀ ਮਾਤਰ ਦਾ ਜਿਹੜਾ ਸਾਂਝਾ ਧਰਮ ਹੈ ਉਹ ਵਰਣਨ ਕਰਦਾ। ਉਹ ਭਾਵੇਂ ਕੋਈ ਬ੍ਰਾਹਮਣ ਹੈ, ਖੱਤਰੀ ਹੈ, ਸ਼ੂਦਰ ਹੈ, ਵੈਸ਼ ਹੈ, ਚਾਹੇ ਮੁਸਲਮਾਨ ਹੈ, ਈਸਾਈ ਹੈ, ਯਹੂਦੀ ਹੈ, ਪਾਰਸੀ ਹੈ, ਜੈਨੀ ਹੈ, ਜੋਗੀ ਹੈ, ਜੰਗਮ ਹੈ, ਸਰੇਵੜਾ, ਸੰਨਿਆਸੀ ਹੈ, ਦੁਨੀਆ ਦੇ ਕਿਸੇ ਮਜ਼ਹਬ, ਕਿਸੇ ਮਤ, ਕਿਸੇ ਦੇਸ਼ ਦੇ ਨਾਲ ਸੰਬੰਧਿਤ ਹੋਵੇ, ਹਰ ਇੱਕ ਪ੍ਰਾਣੀ ਮਾਤਰ ਦਾ ਧਰਮ ਹੈ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੀ ਸਾਧਨਾ ਕਰਨੀ। ਸਰਬ ਸ਼ਬਦੰ ਏਕ ਸ਼ਬਦੰ। ਸਾਰੇ ਸੰਸਾਰ ਦੇ ਜੀਆਂ ਦਾ ਧਰਮ ਹੈ। ਇਹ ਧਰਮ ਤਾਂ ਪਤਾ ਹੀ ਨਹੀਂ ਲੋਕਾਂ ਨੂੰ ਵੀ ਸਾਡੇ ਸਾਰਿਆਂ ਦਾ ਧਰਮ ਕੀ ਹੈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਆਹ ਹੈ ਸਾਡਾ ਧਰਮ। ਉਹਦੇ ਤੋਂ ਖੁੰਝੇ ਹੋਏ ਮਨੁੱਖ ਆਪਸ ਵਿੱਚ ਲੜੀ ਜਾਂਦੇ ਆ, ਬਹਿਸਾਂ ਕਰੀ ਜਾਂਦੇ ਆ, ਝਗੜਾ ਕਰੀ ਜਾਂਦੇ ਆ। ਰਾਜਨੀਤਿਕ ਲੋਕ ਲੜਾਈ ਜਾਂਦੇ ਆ ਮਜ਼ਹਬ ਦੇ ਨਾਂ ਤੇ, ਫਿਰਕਾ ਪ੍ਰਸਤੀ ਦੇ ਨਾਂ ਦੇ ਵਿੱਚ। ਚੰਗਾ ਆਪਸ 'ਚ ਲੜਦੇ ਰਹਿਣ, ਅਸੀਂ ਆਪਣੀਆਂ ਮੌਜਾਂ ਮਾਣੀਏ। ਇਹ ਕਿਤੇ ਸਾਨੂੰ ਨਾ ਸਵਾਲ ਕਰਨ ਲੱਗ ਪੈਣ। ਜੇ ਵਿਹਲੇ ਹੋਏ ਤੇ ਸਾਨੂੰ ਸਵਾਲ ਕਰਨਗੇ, ਹਾਂ ਵੀ ਦੱਸੋ ਤੁਹਾਨੂੰ ਚੁਣਿਆ, ਕੀ ਕਰੋਗੇ ਤੁਸੀਂ। ਇਹਨਾਂ ਨੂੰ ਆਪਸ 'ਚ ਉਲਝਾਈ ਰੱਖੋ, ਲੜੀ ਜਾਣ। ਸਾਡੇ ਵੱਲ ਇਹਨਾਂ ਦਾ ਖਿਆਲ ਹੋਵੇ, ਅਸੀਂ ਜੋ ਮਰਜ਼ੀ ਕਰੀਏ, ਅਸੀਂ ਆਪਣੀਆਂ ਪੁਸ਼ਤਾਂ ਦਰ ਪੁਸ਼ਤਾਂ ਲਈ ਜੋੜ ਜਾਈਏ। ਤੇ ਸੰਸਾਰ ਦੇ ਆਮ ਲੋਕ ਭੋਲੇ ਭਾਲੇ ਸੁਲਝੇਵੇਂ ਵਿੱਚ ਉਲਝੇ, ਉਹ ਵਿਵਾਦ ਵਿੱਚ ਪਏ ਹੋਏ ਆਪਸ 'ਚ ਝਗੜੀ ਜਾਂਦੇ। ਪਾਤਸ਼ਾਹ ਕਹਿੰਦੇ ਆ ਸਾਰੇ ਸੰਸਾਰ ਦੇ ਜੀਆਂ ਦਾ ਧਰਮ ਹੈ ਇੱਕ ਬ੍ਰਹਮ ਨੂੰ ਜਾਣਨਾ। ਜੇ ਕੋ ਜਾਣੈ ਭੇਉ। ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਜੇ ਇਸ ਭੇਦ ਨੂੰ ਕੋਈ ਜਾਣ ਲਵੇ, ਸਮਝ ਲਵੇ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਓ। ਧੰਨ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਮੈਂ ਉਹਦਾ ਦਾਸ ਹਾਂ ਜਿਹੜਾ ਇਸ ਭੇਦ ਨੂੰ ਸਮਝ ਲੈ। ਮੈਂ ਉਹਦਾ ਦਾਸ ਹਾਂ
ਤੇ ਕਹਿੰਦੇ ਇਸ ਭੇਦ ਨੂੰ ਸਮਝਣ ਵਾਲਾ ਤਾਂ ਫਿਰ ਰੱਬ ਹੀ ਹੈ। ਜਿਹੜਾ ਸਮਝ ਗਿਆ ਨਾ ਕਿ ਸਭ ਦਾ ਧਰਮ ਪ੍ਰਮਾਤਮਾ ਨੂੰ ਆਰਾਧਨਾ ਤੇ ਬ੍ਰਹਮ ਨੂੰ ਜਾਣਨਾ ਹੈ, ਤੇ ਜਿਹੜਾ ਜਾਣ ਗਿਆ ਫਿਰ ਉਹ ਤਾਂ ਬ੍ਰਹਮ ਰੂਪ ਹੀ ਹੈ। ਤੇ ਮਹਾਰਾਜ ਜੀ ਕਹਿੰਦੇ ਮੈਂ ਉਹਦਾ ਦਾਸ ਹਾਂ। ਮਹੱਲਾ ਦੂਜਾ। ਏਕ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਤਾ ਆਤਮਾ। ਏਕ ਕ੍ਰਿਸ਼ਨੰ, ਕ੍ਰਿਸ਼ਨੰ ਦਾ ਇੱਥੇ ਅਰਥ ਹੈ ਜਿਹੜਾ ਸਾਰੇ ਸੰਸਾਰ ਦੇ ਜੀਵਾਂ ਨੂੰ ਪ੍ਰਕਾਸ਼ਣੇ ਵਾਲਾ, ਸਭ ਨੂੰ ਪ੍ਰੇਰਨੇ ਵਾਲਾ, ਸਭ ਦਾ ਨਿਯੰਤਾ ਹੈ, ਉਹਨੂੰ ਕਹਿੰਦੇ ਨੇ ਕ੍ਰਿਸ਼ਨ। ਪਰਮਾਤਮਾ ਪ੍ਰਕਾਸ਼ ਰੂਪ, ਉਸ ਪਾਰ ਬ੍ਰਹਮ ਪ੍ਰਕਾਸ਼ ਰੂਪ ਪਰਮੇਸ਼ਰ ਦਾ ਹੀ ਪ੍ਰਕਾਸ਼ ਸਰਬ ਦੇਵਾ, ਜਿੰਨੇ ਦੇਵਤੇ ਨੇ ਉਹਨਾਂ ਸਾਰਿਆਂ ਨੂੰ ਪ੍ਰਕਾਸ਼ਣੇ ਵਾਲਾ ਉਹ ਪਾਰ ਬ੍ਰਹਮ ਪਰਮੇਸ਼ਰ ਹੈ, ਅਕਾਲ ਪੁਰਖ। ਇਸ ਕਰਕੇ ਖਾਲਸਾ ਦੇਵਤਿਆਂ ਦਾ ਪੁਜਾਰੀ ਨਹੀਂ, ਖਾਲਸਾ ਉਹਦਾ ਪੁਜਾਰੀ ਹੈ ਜਿਹੜਾ ਇਹਨਾਂ ਨੂੰ ਪ੍ਰਕਾਸ਼ ਦੇ ਕੇ ਪ੍ਰਕਾਸ਼ਦਾ। ਪਰ ਖਾਲਸਾ ਇਹਨਾਂ ਦੀ ਭੰਡੀ ਵੀ ਨਹੀਂ ਕਰਦਾ, ਕੋਈ ਇਹਨਾਂ ਨੂੰ ਮੰਨੇ ਪੂਜੇ ਉਹਨਾਂ ਦਾ ਤਿਰਸਕਾਰ ਵੀ ਨਹੀਂ ਕਰਦਾ। ਖਾਲਸੇ ਦਾ ਆਪਣਾ ਰਾਹ ਆ, ਉਹਨਾਂ ਦਾ ਆਪਣਾ ਰਾਹ। ਖਾਲਸੇ ਦਾ ਨਿਰਾਲਾ ਰਾਹ ਆ, ਉਹ ਅਕਾਲ ਦੇ ਮਾਰਗ ਤੇ ਚੱਲਦਾ। ਅਸੀਂ ਕਿਉਂ ਸੱਜੇ ਖੱਬੇ ਉਲਝੇਵੇਂ ਵਿੱਚ ਉਲਝ ਕੇ ਆਪਣੇ ਰਸਤੇ ਤੋਂ ਖੁੰਝੀਏ? ਸਾਡਾ ਰਸਤਾ ਪਰਮਾਰਥ ਦਾ ਹੋਰ ਹੈ। ਹਾਂ, ਜੇ ਕੋਈ ਸਾਡਾ ਵੀਰ ਭੁੱਲਿਆ ਭਟਕਿਆ ਹੋਵੇ, ਅਸੀਂ ਉਹਦੀ ਬਾਹ ਫੜ ਕੇ ਆਪਣੇ ਨਾਲ ਉਹਨੂੰ ਟੋਰਨਾ ਜ਼ਰੂਰ ਹੈ। ਸੱਜਣਾ ਤੂੰ ਕੁਰਾਏ ਪੈ ਗਿਆ। ਕੋਈ ਸਮਝਣਾ ਚਾਹੇ ਤਾਂ ਉਹਨੂੰ ਸਮਝਾਉਣਾ ਵੀ ਚਾਹੀਏ। ਉਹ ਪਾਰ ਬ੍ਰਹਮ ਪਰਮੇਸ਼ਰ ਬ੍ਰਹਮ ਰੂਪ ਪ੍ਰਕਾਸ਼ ਰੂਪ ਹੋ ਕੇ ਸੰਸਾਰ ਦੇ ਸਰਬ ਦੇਵਤਿਆਂ ਨੂੰ ਪ੍ਰਕਾਸ਼ਦਾ। ਏਕ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਤਾ ਆਤਮਾ। ਫਿਰ ਜਿਤਨੇ ਸੰਸਾਰ ਦੇ ਜੀਵ ਨੇ ਉਹਨਾਂ ਦੇ ਵਿੱਚ ਵੀ ਉਹ ਆਤਮਾ, ਉਹਨਾਂ ਦੀ ਆਤਮਾ ਨੂੰ ਵੀ ਪ੍ਰਕਾਸ਼ਣੇ ਵਾਲਾ ਉਹ ਪਾਰ ਬ੍ਰਹਮ ਪਰਮੇਸ਼ਰ। ਆਪਾਂ ਜਿੰਨੇ ਜੀਵ ਆ, ਸਾਡੇ ਅੰਦਰ ਜਿਹੜੀ ਆਤਮਾ ਹੈ, ਇਹਦੇ 'ਚ ਪ੍ਰਕਾਸ਼ ਕਿਹਦਾ? ਉਸੇ ਦਾ ਹੀ ਹੈ ਨਾ, ਪਰਮਾਤਮਾ ਦਾ ਹੀ, ਅਕਾਲ ਪੁਰਖ ਦਾ ਹੈ। ਹਾਂਜੀ। ਆਤਮਾ ਵਾਸੁਦੇਵਸਯ ਜੇ ਕੋ ਜਾਣੈ ਪਿਓ। ਹੁਣ ਜਿਹੜੀ ਜੀਵ ਆਤਮਾ ਹੈ ਉਹੀ ਉਸ ਪ੍ਰਮਾਤਮਾ ਦਾ ਰੂਪ ਹੈ। ਇਹ ਸਮਝਣਾ ਕਿ ਮਨ ਤੂੰ ਜੋਤ ਸਰੂਪ ਹੈ। ਕਹਿੰਦੇ ਜਿਹੜਾ ਇਹ ਭੇਦ ਸਮਝ ਗਿਆ ਕਿ ਆਤਮਾ ਹੀ ਵਾਸੁਦੇਵਸਯ, ਉਹੀ ਵਿਆਪਕ ਪ੍ਰਮਾਤਮਾ ਦਾ ਹੀ ਅੰਸ਼ ਹੈ, ਉਸੇ ਦਾ ਹੀ ਰੂਪ ਹੈ। ਇਹ ਸਮਝ ਗਈ ਜਿਹੜੀ ਇਹ ਖੇਡ ਨੂੰ, ਇਸ ਭੇਦ ਨੂੰ ਜਿਹੜਾ ਗੁਰਮੁਖ ਸਮਝ ਗਿਆ। ਹਾਂਜੀ। ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਓ। ਧੰਨ ਸ਼੍ਰੀ ਗੁਰੂ ਨਾਨਕ ਦੇਵ ਯਾਨੀ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਫਰਮਾਉਂਦੇ ਨੇ ਕਿ ਮੈਂ ਉਹਦਾ ਦਾਸ ਹਾਂ ਜਿਹੜਾ ਇਹ ਸਮਝ ਗਿਆ ਕਿ ਜੀਵ ਆਤਮਾ ਤੇ ਪ੍ਰਮਾਤਮਾ ਇੱਕ ਹੀ ਹੈ। ਮੈਂ ਉਹਦਾ ਦਾਸ ਹਾਂ। ਤੇ ਕਹਿੰਦੇ ਉਹ ਬੰਦਾ ਨਹੀਂ, ਰੱਬ ਹੀ ਹੈ। ਫਿਰ ਨਿਰੰਜਨ ਦੇਵ ਹੈ, ਪ੍ਰਮਾਤਮਾ ਦਾ ਹੀ ਰੂਪ ਹੈ ਫਿਰ ਉਹ। ਹਾਂਜੀ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਬਚਨ ਉਚਾਰਦੇ ਨੇ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਕਹਿੰਦੇ ਘੜੇ ਦੇ ਵਿੱਚ ਬੰਨਿਆ ਪਾਣੀ ਰਹਿੰਦਾ, ਪਰ ਭਲਾ ਪਾਣੀ ਬਿਨਾ ਘੜਾ ਹੋ ਸਕਦਾ? ਪਾਣੀ ਘੜੇ ਦੇ ਵਿੱਚ ਟਿਕਿਆ ਰਹਿੰਦਾ ਨਾ। ਪਰ ਜੇ ਤੁਸੀਂ ਬਣਾਉਣਾ ਹੋਵੇ ਮਿੱਟੀ ਦਾ ਤੇ ਉਹ ਪਾਣੀ ਬਿਨਾ ਬਣਾ ਸਕਦੇ ਹੋ? ਮਿੱਟੀ ਤਾਂ ਗਾਉਣੀ ਪੈਂਦੀ ਆ, ਪਾਣੀ ਨਾਲ ਹੀ ਬਣਨਾ ਨਾ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਪਾਣੀ ਬਿਨਾ ਘੜਾ ਨਹੀਂ ਹੋ ਸਕਦਾ। ਹਾਂਜੀ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਇਸੇ ਤਰ੍ਹਾਂ ਗਿਆਨ ਦਾ ਬੱਧਾ ਹੋਇਆ ਮਨ ਰਹਿੰਦਾ। ਮਨ ਇਕਾਗਰ ਹੁੰਦਾ ਜਦੋਂ ਗਿਆਨ ਹੋਵੇ, ਪਰ ਗੁਰੂ ਤੋਂ ਬਿਨਾ ਕਦੇ ਗਿਆਨ ਹੋ ਸਕਦਾ? ਨਹੀਂ ਹੋ ਸਕਦਾ। ਘੜੇ ਦਾ ਉਪਾਦਾਨ ਕਾਰਨ ਤੇ ਨਿਮਿਤ ਕਾਰਨ, ਦੋ ਕਾਰਨ ਹੋਣਗੇ। ਉਪਾਦਾਨ ਕਾਰਨ ਹੈ ਮਿੱਟੀ, ਨਿਮਿਤ ਕਾਰਨ ਹੈ ਘੁਮਿਆਰ। ਘੁਮਿਆਰ ਬਣਾਏਗਾ ਨਾ ਤੇ ਬਣੇਗਾ ਘੜਾ।
ਤੇ ਘੁਮਿਆਰ ਹੋ ਗਿਆ ਨਿਮਿਤ ਕਾਰਨ, ਤੇ ਮਿੱਟੀ ਹੋ ਗਈ ਉਪਾਦਾਨ ਕਾਰਨ ਜਿੱਤੋਂ ਘੜਾ ਬਣਿਆ। ਹੁਣ ਇੱਥੇ ਜਿਹੜਾ ਮਨ ਹੈ ਇਹ ਹੈ ਨਿਮਿਤ ਕਾਰਨ, ਜਾਂ ਇਹਨੂੰ ਏਦਾਂ ਕਹਿ ਸਕਦੇ ਇਹ ਹੈ ਉਪਾਦਾਨ ਕਾਰਨ, ਤੇ ਗੁਰੂ ਹੈ ਨਿਮਿਤ ਕਾਰਨ ਜਿਹਨੇ ਇਸ ਮਨ 'ਚ ਗਿਆਨ ਪੈਦਾ ਕਰਨਾ। ਏਦਾਂ ਸਮਝ ਸਕਦੇ ਆਪਾਂ ਇਹਨੂੰ। ਜਿਵੇਂ ਪਾਣੀ ਬਿਨਾਂ ਘੜਾ ਨਹੀਂ ਹੋ ਸਕਦਾ, ਇਸੇ ਤਰ੍ਹਾਂ ਗੁਰੂ ਬਿਨਾਂ ਗਿਆਨ ਨਹੀਂ ਹੋ ਸਕਦਾ। ਕਈ ਕਹਿੰਦੇ ਆ ਨਾ ਵੀ ਅਸੀਂ ਕੰਮ ਚੰਗੇ ਕਰਦੇ ਆ, ਅਸੀਂ ਦਾਨ ਪੁੰਨ ਵੀ ਕਰਦੇ ਆ, ਸਭ ਕੁਝ, ਸਾਨੂੰ ਕੀ ਲੋੜ ਹੈ ਗੁਰੂ ਵਾਲੇ ਹੋਣ ਦੀ, ਅਸੀਂ ਕੀ ਲੈਣਾ ਗੁਰੂ ਘਰ ਤੋਂ ਜਾ ਕੇ। ਭਾਈ ਜੋ ਮਰਜ਼ੀ ਕਰੀ ਜਾਓ, ਆਤਮਿਕ ਗਿਆਨ ਦੀ ਸੋਝੀ ਗੁਰੂ ਬਿਨਾਂ ਨਹੀਂ ਹੋ ਸਕਦੀ। ਜੇ ਨਿਜ ਦਾ ਗਿਆਨ ਚਾਹੀਦਾ ਨਾ ਆਪਣੇ ਸਵੈ ਰੂਪ ਦਾ, ਤਾਂ ਉਹ ਗੁਰੂ ਬਿਨਾਂ ਨਹੀਂ ਹੋ ਸਕਦਾ। ਇਸ ਕਰਕੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਇੱਥੇ ਫੈਸਲਾ ਕਰ ਰਹੇ ਨੇ, ਤੇ ਸ਼ੁਰੂ ਵਿੱਚ ਵੀ ਆਸਾ ਜੀ ਦੀ ਵਾਰ 'ਚ ਕਹਿ ਆਏ ਨੇ, ਜੇ 100 ਚੰਦਾ ਉਗਵੈ ਸੂਰਜ ਚੜੇ 1000, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇੰਨਾ ਚਾਨਣਾ ਹੋਵੇ ਜਿਵੇਂ ਕਰੋੜਾਂ ਸੂਰਜਾਂ ਤੇ ਚੰਦਰਮਾਵਾਂ ਦਾ, ਗੁਰੂ ਬਿਨਾਂ ਹਨੇਰਾ ਹੀ ਹੈ। ਹਾਂਜੀ। ਪੌੜੀ ਪੜਿਆ ਹੋਵੇ ਗੁਨਹਗਾਰ, ਤਾ ਓਮੀ ਸਾਧਨ ਮਾਰੀਐ। ਪੌੜੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਉਚਾਰਦੇ ਨੇ। ਮਹਾਰਾਜ ਜੀ ਕਹਿੰਦੇ ਜੇ ਪੜਿਆ ਲਿਖਿਆ ਬੰਦਾ ਗੁਨਾਹਗਾਰ ਹੋਵੇ, ਤੇ ਐਸਾ ਨਹੀਂ ਵੀ ਨਿਰੰਕਾਰ ਦੀ ਦਰਗਾਹ ਵਿੱਚ ਵੀ ਚਲੋ ਇਹ ਪੜਿਆ ਲਿਖਿਆ, ਇਹਨੂੰ ਪੂੰਛ ਲੱਗੀ ਹੈ, ਇਹਨੂੰ ਡਿਗਰੀ ਮਿਲੀ ਹੋਈ ਹੈ, ਵੀ ਇਹ ਗੁਨਾਹ ਕਰਦਾ, ਵੀ ਇਹਨੂੰ ਛੱਡ ਦਿਓ, ਤੇ ਇਹਦੀ ਜਗ੍ਹਾ ਤੇ ਕੋਈ ਅਨਪੜ੍ਹ ਫੜ ਲਓ ਤੇ ਉਹਨੂੰ ਮਾਰੋ। ਉਹ ਸਾਧ ਹੋਵੇ ਅਨਪੜ੍ਹ, ਤੇ ਐਸਾ ਨਹੀਂ ਵੀ ਉਹਨੂੰ ਫੜ ਕੇ ਮਾਰਿਆ ਜਾਏਗਾ। ਕਹਿਣ ਦਾ ਮਤਲਬ ਹੈ ਵੀ ਜਿਹਨੇ ਕਰਨਾ ਉਹਨੇ ਹੀ ਭਰਨਾ। ਇਹ ਨਿਰੰਕਾਰ ਦੇ ਘਰ ਦੇ ਨਿਆਂ ਦਾ ਫੈਸਲਾ ਹੈ, ਉਹਦੇ ਘਰ ਦਾ ਨਿਆਂ ਹੈ ਵੀ ਜਿਹੜਾ ਕਰੇਗਾ ਉਹੀ ਭਰੇਗਾ। ਇਹ ਨਹੀਂ ਵੀ ਗੁਨਾਹਗਾਰ ਪੜਿਆ ਲਿਖਿਆ ਹੋਵੇ, ਅਪਰਾਧ ਕੋਈ ਕਰੇ ਤੇ ਭਰੇ ਕੋਈ। ਸਮਾਜ ਵਿੱਚ ਇਹੀ ਵਰਤਾਰਾ ਵਰਤਾਉਂਦੇ ਆ ਬਹੁਤੇ, ਪਰ ਵਾਹਿਗੁਰੂ ਦੇ ਘਰ 'ਚ ਐਸਾ ਵਰਤਾਰਾ ਨਹੀਂ ਵਰਤਦਾ। ਹਾਂਜੀ। ਜਿਹਾ ਕਾਲੇ ਕਾਲਣਾ ਤੇ ਵੇਹੋ ਨਾਉ ਪਚਾਰੀਐ। ਸੰਸਾਰ 'ਚ ਕੋਈ ਜਿਹੋ ਜਿਹਾ ਕੰਮ ਕਰਦਾ ਉਹਦਾ ਨਾਂ ਉਹੋ ਜਿਹਾ ਲੈ ਕੇ ਬੁਲਾਇਆ ਜਾਂਦਾ ਨਾ। ਕੋਈ ਲੋਹੇ ਦਾ ਕੰਮ ਕਰੇ ਕਹਿੰਦੇ ਲੁਹਾਰ, ਮਿੱਟੀ ਦਾ ਕੰਮ ਕਰੇ ਘੁਮਿਆਰ, ਲੱਕੜੀ ਦਾ ਕੰਮ ਕਰੇ ਤਰਖਾਣ, ਚੋਰੀ ਕਰੇ ਚੋਰ, ਠੱਗੀ ਕਰੇ ਠੱਗ। ਉਹੀ ਨਾਂ ਪਚਾਰਿਆ ਜਾਂਦਾ ਨਾ ਜਿਹੋ ਜਿਹਾ ਕੋਈ ਕੰਮ ਕਰੇ। ਵੈਦਗੀ ਕਰੇ ਵੈਦ, ਕਿਰਸਾਣੀ ਕਰੇ ਤਾਂ ਕਿਸਾਨ। ਕਹਿੰਦੇ ਰੱਬ ਦੇ ਘਰ ਦੇ ਵਿੱਚ ਵੀ ਇਹੀ ਖੇਡ ਹੈ ਵੀ ਜਿਹੋ ਜੀ ਕੋਈ ਸੰਸਾਰ ਦੇ ਵਿੱਚ ਘਾਲਣਾ ਘਾਲਦਾ, ਜਿਹੋ ਜੇ ਕਰਮ ਕਰਦਾ, ਉਹਦਾ ਉਹੀ ਨਾਂ ਲੈ ਕੇ ਉੱਥੇ ਬੁਲਾਇਆ ਜਾਂਦਾ। ਇਹ ਨਹੀਂ ਵੀ ਇੱਥੇ ਭਾਵੇਂ ਤੂੰ ਆਪਣੇ ਨਾਂ ਦਾ ਨਾਂ ਰੱਖਿਆ ਹੋਇਆ ਪੁੰਨ ਆਤਮਾ ਸਿੰਘ, ਕੰਮ ਸਾਰੀ ਜ਼ਿੰਦਗੀ ਭੈੜੀਆਂ ਆਤਮਾਵਾਂ ਵਾਲੇ ਕੀਤੇ ਆ ਨਾ, ਤੇ ਨਾ ਸੋਚੀ ਵੀ ਉੱਥੇ ਵੀ ਤੈਨੂੰ ਪੁੰਨ ਆਤਮਾ ਸਿੰਘ ਕਹਿ ਕੇ ਬੁਲਾਉਣਾ। ਉੱਥੇ ਵੀ ਉਹ ਜੋ ਕਰਮ ਕੀਤੇ ਨੇ ਉਹ ਕਹਿ ਕੇ ਆਵਾਜ਼ ਮਾਰੀ ਜਾਣੀ। ਜੇ ਠੱਗੀਆਂ ਕੀਤੀਆਂ ਤੇ ਕਹਿਣਾ ਆ ਜਾਓ ਠੱਗਾ, ਕਰੀਏ ਤੇਰਾ ਹਿਸਾਬ। ਤੇ ਜੇ ਕੋਈ ਚੋਰੀਆਂ ਹੀ ਕਰਦਾ ਰਿਹਾ ਤਾਂ ਉੱਥੇ ਫਿਰ ਚੋਰ ਕਹਿ ਕੇ ਆਵਾਜ਼ ਮਾਰਿਆ ਜਾਣਾ ਵੀ ਆ ਜਾਓ ਚੋਰਾ। ਇਹ ਪਰਮੇਸ਼ਰ ਦੇ ਘਰ ਦੀ ਵੀ ਖੇਡ ਜਿਵੇਂ ਸੰਸਾਰ ਦੇ ਵਿੱਚ ਹੈ, ਕਹਿੰਦੇ ਵਾਹਿਗੁਰੂ ਦੇ ਘਰ ਦੇ ਵਿੱਚ ਵੀ ਇਹੀ ਖੇਡ ਹੈ। ਜਿਹੋ ਜੀ ਕਿਸੇ ਨੇ ਘਾਲਣਾ ਘਾਲੀ ਹੈ, ਉਹਦਾ ਉਹੋ ਜਿਹਾ ਨਾਂ ਲੈ ਕੇ ਪਚਾਰੀ ਆਵਾਜ਼ ਮਾਰੀ ਜਾਂਦੀ ਹੈ। ਐਸੀ ਕਲਾ ਨਾ ਖੇਡੀਐ ਜਿਤ ਦਰਗਹ ਗਿਆ ਹਾਰੀਐ। ਬਾਦਸ਼ਾਹ ਕਹਿੰਦੇ ਇਹੋ ਜੀ ਕਲਾ ਨਾ ਖੇਡੋ, ਇਹੋ ਜੀ ਬਾਜੀ ਨਾ ਖੇਡੋ ਕਿ ਤੁਹਾਨੂੰ ਰੱਬ ਦੀ ਦਰਗਾਹ ਦੇ ਵਿੱਚ ਹਾਰ ਨਾ ਪਵੇ। ਇਹੋ ਜਿਹੇ ਮਾੜੇ ਕੰਮ ਨਾ ਕਰੋ, ਇਹੋ ਜਿਹੇ ਭੈੜੇ ਕੰਮ ਨਾ ਕਰੋ ਜਿਨ੍ਹਾਂ ਕੰਮਾਂ ਦੇ ਕੀਤਿਆਂ ਤੁਸੀਂ ਆਪਣੀ ਮਨੁੱਖੀ ਜ਼ਿੰਦਗੀ ਦੀ ਬਾਜੀ ਹਾਰ ਜਾਓ, ਰੱਬ ਦੀ ਦਰਗਾਹ ਵਿੱਚ ਜਾ ਕੇ ਹਾਰ ਜਾਓ।
ਕਹਿੰਦੇ ਐਸਾ ਕੰਮ ਨਾ ਕਰੋ। ਪੜਿਆ ਅਤੈ ਓਮੀਆ ਵਿਚਾਰ ਅੱਗੇ ਵਿਚਾਰੀਐ। ਕਹਿੰਦੇ ਉੱਥੇ ਪੜ੍ਹੇ ਜਾਂ ਅਨਪੜ੍ਹੇ ਦੀ ਗੱਲ ਨਹੀਂ ਹੈ ਪ੍ਰਮਾਤਮਾ ਦੇ ਘਰ 'ਚ। ਪਾਤਸ਼ਾਹ ਇੱਥੇ ਪੜ੍ਹਾਈ ਦਾ ਵਿਰੋਧ ਨਹੀਂ ਪੇ ਕਰਦੇ, ਜਿਹੜਾ ਪੜ੍ਹ ਕੇ ਵੀ ਮਾੜੇ ਭੈੜੇ ਕੰਮਾਂ 'ਚ ਪ੍ਰਵਿਰਤ ਹੁੰਦਾ ਉਹਨਾਂ ਦਾ ਵਿਰੋਧ ਕਰਦੇ। ਵੀ ਇੱਕ ਤਾਂ ਚਲੋ ਜਿਹਨੂੰ ਨਹੀਂ ਸੀ ਪਤਾ, ਇੱਕ ਨੇ ਹੱਥ 'ਚ ਦੀਵਾ ਫੜਿਆ ਫਿਰ ਖੂਹ 'ਚ ਡਿੱਗੇ, ਫਿਰ ਉਹਦੇ ਤੋਂ ਤਾਂ ਪੁੱਛਣਾ ਬਣਦਾ ਹੀ ਹੈ ਨਾ। ਦੁਰਵਰਤੋਂ ਕੀਤੀ ਬਹੁਤਿਆਂ ਨੇ ਪੜ੍ਹਾਈ ਦੀ। ਅੱਜ ਜਿੰਨੀਆਂ ਠੱਗੀਆਂ ਹੁੰਦੀਆਂ ਨੇ ਪੜ੍ਹੇ ਲਿਖੇ ਲੋਕ ਕਰ ਰਹੇ ਠੱਗੀਆਂ। ਅਨਪੜ੍ਹ ਬੰਦਾ ਤਾਂ ਕੀ ਕਰੇਗਾ, ਕਿਸੇ ਦੀ ਪਈ ਚੀਜ਼ ਚੁੱਕ ਲਏਗਾ ਰਾਹ ਦੇ ਵਿੱਚ। ਜਿਹੜਾ ਬਹੁਤ ਪੜ੍ਹਿਆ ਲਿਖਿਆ ਹੁੰਦਾ ਉਹਦੀ ਠੱਗੀ ਉਨੀ ਵੱਡੀ ਪੜ੍ਹੀ ਲਿਖੀ। ਨੈਟ ਦੇ ਮਾਧਿਅਮ ਦੁਆਰਾ ਹੀ ਕਿੰਨਾ ਕੁਝ ਲੁੱਟੇ, ਕਿੰਨਿਆਂ ਦੇ ਲੁੱਟਿਆ ਜਾਂਦਾ ਕਿੰਨਾ ਕੁਝ। ਪਰ ਇਹੋ ਜਿਹੀ ਪੜ੍ਹਾਈ ਦਾ ਕੀ ਫਾਇਦਾ ਜਿਹੜੀ ਸਮਾਜ ਨੂੰ ਗਰਕ ਕਰਕੇ ਰੱਖਦੇ। ਇਹੋ ਜਿਹੀ ਤਰੱਕੀ ਦਾ ਵੀ ਕੀ ਫਾਇਦਾ ਹੋਇਆ ਕਿ ਕਿਸੇ ਦੀ ਹੱਕ ਦੀ ਕਮਾਈ ਝੱਟ ਖਾਲੀ ਕਰ ਦੇਣੀ ਉਹਦੇ ਖਾਤੇ ਚੋਂ। ਪਾਤਸ਼ਾਹ ਪੜ੍ਹਾਈ ਦਾ ਖੰਡਨ ਨਹੀਂ ਕਰਦੇ, ਪਾਤਸ਼ਾਹ ਤਾਂ ਸਗੋਂ ਆਪ ਕਹਿੰਦੇ ਆ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਵਿਦਿਆ ਦਾ ਫਾਇਦਾ ਤਾਂ ਹੈ ਜੇ ਤੁਸੀਂ ਪਰਉਪਕਾਰੀ ਹੋਵੋ। ਉਹ ਪੜ੍ਹਾਈ ਦਾ ਕੀ ਫਾਇਦਾ ਕਿ ਤੁਸੀਂ ਲੋਕਾਂ ਦੇ ਗਲ ਵੱਢੋ ਪੜ੍ਹ ਕੇ ਗਿਆਨ ਪ੍ਰਾਪਤ ਕਰਕੇ ਵੀ ਇਹਨੂੰ ਪਤਾ ਨਹੀਂ ਭੋਲੇ ਨੂੰ ਲੁੱਟ ਲਓ। ਉਹ ਪੜ੍ਹਾਈ ਦਾ। ਪਾਤਸ਼ਾਹ ਕਹਿੰਦੇ ਫਿਰ ਕੋਈ ਆਖੇ ਵੀ ਕਰੇ ਪੜ੍ਹਿਆ ਲਿਖਿਆ ਤੇ ਰੱਬ ਦੇ ਘਰ ਦੇ ਵਿੱਚ ਉਹਦੀ ਥਾਂ ਤੇ ਸਜ਼ਾ ਅਨਪੜ੍ਹ ਨੂੰ ਮਿਲੇ, ਐਸਾ ਨਹੀਂ ਹੋਣਾ। ਕਹਿੰਦੇ ਪੜ੍ਹਿਆ ਤਾਂ ਓਮੀਆਂ, ਓਮੀਆਂ ਦਾ ਮਤਲਬ ਹੈ ਇੱਥੇ ਅਨਪੜ੍ਹ। ਵਿਚਾਰ ਅੱਗੇ ਵਿਚਾਰੀਆ, ਉੱਥੇ ਦੇ ਕਰਮਾਂ ਦੀ ਵਿਚਾਰ ਹੋਣੀ ਹੈ। ਇਹ ਜਾ ਕੇ ਵਿਖਾਵੇ ਵੀ ਮੇਰੇ ਕੋਲ ਤਾਂ ਪੜ੍ਹਾਈ ਦੀ ਡਿਗਰੀ ਹੈ, ਉਹ ਪਾਸੇ ਵਗਾ ਕੇ ਮਾਰਨੀ ਆ। ਤੇ ਕਹਿੰਦੇ ਪੜ੍ਹਿਆ ਲਿਖਿਆਂ ਨੂੰ ਧੱਕੇ ਪੈਂਦੇ ਆ ਜੇ ਉਹਨੇ ਮਾੜੇ ਕੰਮ ਕੀਤੇ ਆ। ਤੇ ਜੇ ਕੋਈ ਅਨਪੜ੍ਹ ਰੱਬ ਦੀ ਬੰਦਗੀ ਕਰਕੇ ਉਹਦੇ ਘਰ 'ਚ ਗਿਆ ਤਾਂ ਉਹਨੂੰ ਸਤਿਕਾਰ ਮਿਲਦਾ, ਆ ਭਾਈ ਤੈਨੂੰ ਜਿਉ ਆਇਆ। ਤੇ ਹਾਂ ਜਿਹਨੇ ਪੜ੍ਹ ਕੇ ਹਲੇਮੀ ਧਾਰਨ ਕਰ ਲਈ, ਜਿਹਨੇ ਪੜ੍ਹ ਕੇ ਪਰਉਪਕਾਰ ਕੀਤੇ, ਬੜੇ ਬੜੇ ਵਿਦਵਾਨ ਮਹਾਪੁਰਸ਼ ਹੋਏ ਪੜ੍ਹੇ ਲਿਖੇ। ਸੰਤ ਤੇਜਾ ਸਿੰਘ ਜੀ ਐਮਏ, ਕਿੰਨੀਆਂ ਡਿਗਰੀਆਂ ਉਹਨਾਂ ਨੇ ਉਸ ਵੇਲੇ ਪ੍ਰਾਪਤ ਕੀਤੀਆਂ। ਕੈਨੇਡਾ ਦੇ ਵਿੱਚ ਜਾ ਕੇ ਕਿਰਪਾਨ ਆਪਣੇ ਗਾਤਰੇ ਰੱਖਣ ਦਾ ਸਭ ਤੋਂ ਪਹਿਲਾ ਕੇਸ ਲੜਨ ਵਾਲੇ ਕਿੱਡੇ ਕਿੱਡੇ ਮਹਾਂਪੁਰਸ਼ ਹੋਏ, ਵਿਦਵਾਨ ਹੋਏ। ਉਹਨਾਂ ਨੇ ਆਪਣੀ ਵਿਦਿਆ ਨੂੰ ਸਹੀ ਦਿਸ਼ਾ ਦਿੱਤੀ, ਪਰਉਪਕਾਰ ਕੀਤੇ। ਕਿਤਨੇ ਕਿਤਨੇ ਵਿਦਵਾਨ ਪੁਰਸ਼ ਜਿਨ੍ਹਾਂ ਨੇ ਪਰਉਪਕਾਰ ਵਾਸਤੇ ਬੜੀਆਂ ਖੋਜਾਂ ਕੀਤੀਆਂ। ਮਹਾਕਵੀ ਭਾਈ ਸੰਤੋਖ ਸਿੰਘ ਜੀ ਨੂੰ ਵਿਦਿਆ ਮਿਲੀ, ਉਹਨਾਂ ਨੇ ਗੁਰੂ ਸਾਹਿਬ ਦਾ ਇਤਿਹਾਸ ਲਿਖਿਆ। ਅੱਜ ਅਸੀਂ ਪੜ੍ਹ ਰਹੇ ਹਾਂ, ਸੁਣ ਰਹੇ ਹਾਂ। ਬਹੁਤ ਸਾਰੇ ਵਿਦਵਾਨਾਂ ਨੇ ਆਪਣੀ ਵਿਦਿਆ ਨੂੰ ਸਹੀ ਦਿਸ਼ਾ ਦੇ ਕੇ ਲੋਕਾਂ ਦਾ ਭਲਾ ਕੀਤਾ। ਉਹ ਵਿਦਿਆ ਨੂੰ ਸਤਿਕਾਰ ਦਿੱਤਾ ਗੁਰੂ ਸਾਹਿਬ ਨੇ। ਪਰ ਜਿਹੜੀ ਵਿਦਿਆ, ਜਿਹੜੀ ਪੜ੍ਹਾਈ ਲੋਕਾਂ ਨੂੰ ਗੁੰਮਰਾਹ ਕਰੇ, ਜਿਹੜੀ ਪੜ੍ਹਾਈ ਲੋਕਾਂ ਨੂੰ ਠੱਗਣ ਵਾਸਤੇ ਪੜ੍ਹੀ ਜਾਏ, ਲੋਕਾਂ ਦੇ ਗਲ ਵੱਢਣ, ਉਸ ਪੜ੍ਹਾਈ, ਉਹ ਪੜ੍ਹਿਆ ਲਿਖਿਆ ਹੁਣ ਆਖੇ ਵੀ ਮੈਂ ਰੱਬ ਦੇ ਘਰ ਵੀ ਸੋਭਾ ਪਾਵਾਂਗਾ, ਤਾਂ ਮਹਾਰਾਜ ਜੀ ਕਹਿੰਦੇ ਤੇਰਾ ਭੁਲੇਖਾ ਹੈ, ਉੱਥੇ ਤਾਂ ਤੈਨੂੰ ਉਹ ਮਿਲਣਾ ਜੋ ਤੂੰ ਕੀਤਾ ਹੈ। ਹਾਂਜੀ, ਮੋਹੇ ਚੱਲੈ ਸੋ ਅੱਗੇ ਮਾਰੀਐ। ਇਹੋ ਜਿਹੇ ਜਿਹੜੇ ਗੁਨਾਹਗਾਰ ਨੇ ਨਾ, ਕਹਿੰਦੇ ਜਦੋਂ ਜਾਂਦੇ ਨੇ ਨਾ ਤੇ ਉਹਨਾਂ ਦੇ ਮੂੰਹ ਤੇ ਅੱਗੇ ਮਾਰ ਪੈਂਦੀਆਂ, ਉਹਨਾਂ ਨੂੰ ਲਾਹਨਤਾਂ ਤੇ ਤਰਕਾਰਾਂ ਪੈਂਦੀਆਂ ਨੇ। ਉਹ ਤੈਨੂੰ ਬੰਦਾ ਬਣਾ ਕੇ ਭੇਜਿਆ ਸੀ, ਕੰਮ ਜਾਨਵਰਾਂ ਤੋਂ ਵੀ ਭੈੜੇ ਕਰਕੇ ਆਇਆ, ਉਹਨਾਂ ਨੂੰ ਲਾਹਨਤਾਂ ਪੈਂਦੀਆਂ। ਸਤਿਗੁਰੂ ਜੀ ਕਿਰਪਾ ਕਰਨ, ਜਗਤ ਗੁਰੂ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਸਾਹਿਬ ਦੇ ਅੰਮ੍ਰਿਤ ਬੋਲ ਸਾਡੇ ਹਿਰਦਿਆਂ 'ਚ ਵਸ ਜਾਣ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾਂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।